ਨੈਕਸਟ ਆਪਣੇ ਇਹਦੇ ਵਿੱਚ ਹੈਗਾ ਸੀ ਕੈਸ਼ ਪਲੈਨਿੰਗ। ਵਰਕਿੰਗ ਕੈਪੀਟਲ ਮੈਨੇਜਮੈਂਟ ਕਰ ਰਹੇ ਸੀ, ਉਹਦੇ ਵਿੱਚ ਆਪਾਂ ਨੇ ਕੈਸ਼ ਮੈਨੇਜਮੈਂਟ ਕਰ ਲਿਆ ਸੀ। ਪੇਜ ਨੰਬਰ 207 ਕੈਸ਼ ਪਲੈਨਿੰਗ। ਕੈਸ਼ ਪਲੈਨਿੰਗ ਇੱਕ ਟੈਕਨੀਕ ਹੈਗੀ ਜਿਹਦੇ ਵਿੱਚ ਕੰਪਨੀ ਕੰਟਰੋਲ ਦੀ ਯੂਜ਼ ਆਫ ਕੈਸ਼, ਕਿੱਥੇ ਕਿਤੇ ਕੈਸ਼ ਲਗਾਉਣਾ ਹੈ, ਕਿਤੇ ਕਿਤੋਂ ਕੈਸ਼ ਲੈਣਾ, ਉਹਦਾ ਹੀ ਕੰਟਰੋਲ ਹੈ। ਮੀਨਸ ਆਪਾਂ ਕੈਸ਼ ਮੈਨੇਜਮੈਂਟ ਪੜ੍ਹਿਆ ਜਾਂ ਕੈਸ਼ ਪਲੈਨਿੰਗ, ਦੋਨੋਂ ਸੇਮ ਜਿਹੇ ਟੌਪਿਕ ਨੇ, ਲੇਕਿਨ ਇਹਨਾਂ ਨੇਮ ਦੇ ਅਕੋਰਡਿੰਗ ਅਲੱਗ ਅਲੱਗ ਕਰਤਾ। ਇਟ ਇਜ਼ ਐਂਟੀਸਪੇਟ ਦੀ ਫਿਊਚਰ ਕੈਸ਼ ਫਲੋ ਐਂਡ ਨੀਡਸ ਆਫ ਦੀ ਫਰਮ। ਕੈਸ਼ ਪਲੈਨਿੰਗ ਦੇ ਵਿੱਚ ਕਹਿੰਦਾ ਇਹ ਚੀਜ਼ ਵੀ ਕਲੀਅਰ ਹੋ ਜਾਂਦੀ ਵੀ ਫਿਊਚਰ 'ਚ ਕੰਪਨੀ ਨੂੰ ਕਿੰਨੇ ਕੈਸ਼ ਦੀ ਲੋੜ ਹੋਊਗੀ ਔਰ ਕਿੱਥੇ ਕਿੱਥੇ ਸਾਡਾ ਕੈਸ਼ ਜਿਹੜਾ ਫਲੋ ਕਰੂਗਾ। ਮੀਨਸ ਕਿਤੇ ਕਿਤੋਂ ਸਾਨੂੰ ਪੈਸਾ ਆਉਣਾ ਪਲੱਸ ਕਿਤੇ ਕਿਤੋਂ ਸਾਡਾ ਪੈਸਾ ਜਾਣਾ ਹੈਗਾ। ਕੈਸ਼ ਫੋਰਕਾਸਟਿੰਗ ਐਂਡ ਬਜਟਿੰਗ ਕੈਸ਼ ਪਲੈਨਿੰਗ ਦੇ ਵਿੱਚ ਹੀ ਆਉਂਦਾ ਹੈਗਾ। ਕੈਸ਼ ਫੋਰਕਾਸਟਿੰਗ ਐਂਡ ਬਜਟਿੰਗ, ਫੋਰਕਾਸਟਿੰਗ ਹੋਏਗਾ ਮਤਲਬ ਕਿ ਫਿਊਚਰ ਬਾਰੇ ਦੇਖਣਾ, ਔਰ ਬਜਟਿੰਗ ਹੋਊਗਾ ਫਿਊਚਰ ਲਈ ਪਲਾਨ ਕਰਨਾ ਵੀ ਤੁਸੀਂ ਪੈਸਾ ਕਿੱਥੇ ਕਿੱਥੇ ਇਨਵੈਸਟਮੈਂਟ ਕਰੋਗੇ, ਕਰੰਟ ਐਸਟ, ਫਿਕਸ ਐਸਟ ਜਾਂ ਫਿਰ ਨੋਨ ਕਰੰਟ ਐਸਟ ਦੇ ਵਿੱਚ। ਇਹਨਾਂ ਨੂੰ ਸਭ ਤੋਂ ਪਹਿਲਾਂ ਲਿਖਿਆ ਕਿ ਸ਼ੋਰਟ ਟਰਮ ਕੈਸ਼ ਫੋਰਕਾਸਟ। ਅਗਰ ਤੁਸੀਂ ਸ਼ੋਰਟ ਟਰਮ ਦੀ ਫੋਰਕਾਸਟਿੰਗ ਕਰਦੇ ਹੋ ਮੀਨਸ ਲੈਸ ਦੈਨ 1 ਈਅਰ ਲਈ, ਤਾਂ ਕਿਤੇ ਕਿਤੇ ਥੋੜਾ ਕੈਸ਼ ਹੋ ਸਕਦਾ ਹੈ। ਡਿਟਰਮਾਈਨ ਦੀ ਆਪਰੇਟਿੰਗ ਕੈਸ਼ ਰਿਕੁਆਇਰਮੈਂਟ, ਐਂਟੀਸਪੇਟ ਸ਼ੋਰਟ ਟਰਮ ਫਾਈਨੈਂਸਿੰਗ, ਮੈਨੇਜਮੈਂਟ ਇਨਵੈਸਟਮੈਂਟ ਆਫ ਸਰਪਲਸ ਕੈਸ਼। ਸਭ ਤੋਂ ਪਹਿਲਾਂ ਤਾਂ ਇਹ ਕਹਿ ਰਹੇ ਹੈਗੇ ਨੇ ਤੁਹਾਡਾ ਆਪਰੇਟਿੰਗ ਕੈਸ਼ ਮੈਨੇਜਮੈਂਟ, ਮੀਨਸ ਤੁਹਾਨੂੰ ਜਿਹੜਾ ਬਿਜ਼ਨਸ ਚਲਾਉਣ ਲਈ ਪਰ ਡੇ ਦੇ ਅਕੋਰਡਿੰਗ ਕਿੰਨਾ ਕੁ ਪੈਸੇ ਦੀ ਲੋੜ ਹੈਗੀ ਹੈ। ਇਹ ਸ਼ੋਰਟ ਟਰਮ ਫਾਈਨੈਂਸਿੰਗ ਹੈ, ਕਿਉਂਕਿ ਕੰਪਨੀਜ਼ ਡੇਲੀ ਬੇਸ ਤੇ ਕੁਛ ਨਾ ਕੁਛ ਖਰਚੇ ਤਾਂ ਉਹਨਾਂ ਨੇ ਕਰਨੇ ਹੀ ਹੁੰਦੇ ਨੇ, ਜੋ ਮੀਨਸ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਕੈਸ਼ ਬੇਸ ਤੇ ਹੀ ਹੋਣ ਵਾਲੇ ਹਨ, ਤਾਂ ਉਹਦੀ ਰਿਕੁਆਇਰਮੈਂਟ ਕਿੰਨੀ ਹੋਏਗੀ। ਸ਼ੋਰਟ ਟਰਮ ਫਾਈਨੈਂਸਿੰਗ, ਅਗਰ ਸਾਨੂੰ ਕਰੰਟ ਐਸਟ ਦੇ ਵਿੱਚ ਪੈਸਾ ਲਗਾਉਣਾ ਪਿਆ, ਲਾਈਕ ਜਿਵੇਂ ਕਿ ਸਟਾਕ ਲੈਣਾ ਪਿਆ ਜਾਂ ਫਿਰ ਡੈਪਟਰ ਕੋਲ ਪੈਸਾ ਸਾਡਾ ਚਲਾ ਗਿਆ, ਤਾਂ ਉਹਦੇ ਵਿੱਚ ਸਾਨੂੰ ਕਿੰਨੇ ਕੁ ਪੈਸੇ ਦੀ ਰਿਕੁਆਇਰਮੈਂਟ ਹੈਗੀ ਹੈ। ਅਪਰੋਚਿੰਗ ਫॉर ਪ੍ਰੀਪੇਅਰਿੰਗ ਕੈਸ਼ ਫੋਰਕਾਸਟ, ਸਾਡੇ ਕੋਲ ਕੁਝ ਅਪਰੋਚਿਸ ਇਹਨਾਂ ਨੇ ਲਿਖੀਆਂ ਹੋਈਆਂ ਨੇ ਕਿਸ ਬੇਸ ਤੇ ਕਹਿੰਦੇ ਤੁਸੀਂ ਫੋਰਕਾਸਟ ਕਰ ਸਕਦੇ ਹੋ ਕਿ ਪੈਸਾ ਕਿਵੇਂ ਸਾਨੂੰ ਲੋੜ ਹੋਏਗੀ। ਸਭ ਤੋਂ ਪਹਿਲਾਂ ਰਿਸਿਪਟ ਐਂਡ ਡਿਸਬਰਸਮੈਂਟ ਮੈਥਡ, ਪੈਸਾ ਕਿੱਥੋਂ ਕਿੱਥੋਂ ਕਦੋਂ ਕਦੋਂ ਆਉਣਾ ਹੈਗਾ ਔਰ ਅਸੀਂ ਕਿਸ ਦਾ ਪੈਸਾ ਕਦੋਂ ਕਦੋਂ ਦੇਣਾ ਹੈਗਾ। ਇਹ ਮੈਥਡ ਹਮੇਸ਼ਾ ਅਸੀਂ ਯੂਜ਼ ਕਰਦੇ ਨਾਮ ਦੇ ਅਕੋਰਡਿੰਗ ਇਨਫਲੋ ਔਰ ਆਊਟਫਲੋ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ, ਕੋਈ ਜ਼ਰੂਰੀ ਨਹੀਂ ਕਿ ਇਹੀ ਮੈਥਡ ਅਸੀਂ ਯੂਜ਼ ਕਰਦੇ ਹਾਂ। ਇੱਕ ਹੈਗਾ ਐਡਜਸਟਡ ਨੈਟ ਇਨਕਮ ਮੈਥਡ। ਐਡਜਸਟਡ ਨੈਟ ਇਨਕਮ ਮੈਥਡ ਤੁਹਾਡਾ ਡੀਲ ਕਰਦਾ ਹੈਗਾ ਵਰਕਿੰਗ ਕੈਪੀਟਲ ਦੇ ਫਲੋ ਦੇ ਨਾਲ। ਜਿੰਨਾ ਪੈਸਾ ਤੁਹਾਡੀ ਕੰਪਨੀ ਦੇ ਵਿੱਚ ਆਏਗਾ ਉਹਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਰਹੇ ਹੋ ਲਗਾਤਾਰ ਟਾਈਮ ਦੇ ਵਿੱਚ। ਆਪਾਂ ਕੱਲ੍ਹ ਵੀ ਸ਼ਾਇਦ ਇਸ ਟੌਪਿਕ ਬਾਰੇ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਕੰਪਨੀ ਇਨਵੈਸਟਮੈਂਟ ਜ਼ਿਆਦਾ ਸਟਾਕ ਦੇ ਵਿੱਚ ਕਰਕੇ ਰੱਖਦੀਆਂ ਨੇ, ਕਿ ਜਿੰਨਾ ਜ਼ਿਆਦਾ ਸਾਡੇ ਕੋਲ ਸਟਾਕ ਹੋਊਗਾ ਸਾਨੂੰ ਉਹਨਾਂ ਬੈਨੀਫਿਟ ਹੈਗਾ ਕਿ ਸਾਡਾ ਪ੍ਰੋਡਕਸ਼ਨ ਹਿਸਟਰੀ ਰਹੇਗਾ। ਲੇਕਿਨ ਕੁਝ ਕੰਪਨੀਜ਼ ਨੇ ਉਹ ਲਿਮਿਟ ਦੇ ਨਾਲ ਚੱਲਦੀਆਂ ਨੇ, ਅਲੱਗ-ਅਲੱਗ ਸਟਾਕ ਲੈਵਲ, ਜਿਵੇਂ ਕਿ ਨਾਰਮਲ ਲੈਵਲ ਬਣਾ ਲਿਆ, ਰੀਆਰਡਰ ਲੈਵਲ ਬਣਾ ਲਿਆ, ਮੈਕਸਿਮਮ ਲੈਵਲ ਬਣਾ ਲਿਆ ਜਾਂ ਫਿਰ ਮਿਨੀਮਮ ਲੈਵਲ ਬਣਾ ਲਿਆ। ਕੁਝ ਕੰਪਨੀਜ਼ ਹੁੰਦੀਆਂ ਸਿਰਫ ਡੇਂਜਰ 'ਤੇ ਕੰਮ ਕਰਦੀਆਂ ਨੇ, ਮੋਸਟਲੀ ਕੰਪਨੀ ਜਿਹੜੀਆਂ ਕੰਮ ਕਰਨਗੀਆਂ ਮਿਨੀਮਮ ਸਟਾਕ ਲੈਵਲ ਦੇ ਉੱਪਰ ਹੀ ਕੰਮ ਕਰਦੇ ਨੇ। ਇਹਦੇ ਬਾਰੇ ਅਸੀਂ ਸ਼ਾਇਦ ਆਪਣੇ ਕੋਲ ਪ੍ਰੈਕਟੀਕਲ ਕੁਐਸਚਨ ਤਾਂ ਚਲੋ ਨਹੀਂ ਆਇਆ, ਉਹ ਇਨਵੈਂਟਰੀ ਦੇ ਵਿੱਚ ਹੀ ਆਉਂਦਾ ਹੈਗਾ। ਅਲੱਗ-ਅਲੱਗ ਲੈਵਲ ਸਾਨੂੰ ਕੈਲਕੂਲੇਟ ਕਰਨੇ ਪੈਂਦੇ ਨੇ। ਜਿਹੜਾ ਸਭ ਤੋਂ ਪਹਿਲਾ ਲੈਵਲ ਕੈਲਕੂਲੇਟ ਹੁੰਦਾ ਹੈ ਰੀਆਰਡਰ ਲੈਵਲ, ਮਿਨੀਮਮ ਜਦੋਂ ਵੀ ਕੰਪਨੀ ਆਰਡਰ ਲਗਾਊਗੀ ਤਾਂ ਕਿੰਨੇ ਸਟਾਕ ਦਾ ਆਰਡਰ ਲਗਾਏਗੀ। ਦੂਸਰਾ ਫਿਰ ਇਸ ਤੋਂ ਬਾਅਦ ਆਉਂਦਾ ਹੁੰਦਾ ਕਿ ਮਿਨੀਮਮ, ਥਰਡ ਆਉਂਦਾ ਹੁੰਦਾ ਮੈਕਸਿਮਮ, ਕਮਿੰਗ ਸਰ ਹਾਂਜੀ, ਫੋਰਥ ਆਉਂਦਾ ਹੁੰਦਾ ਐਵਰੇਜ। ਇਸ ਬੇਸ ਤੇ ਕੰਪਨੀ ਨੂੰ ਕਿ ਲੈਵਲ ਕੈਲਕੂਲੇਟ ਕਰਨੇ ਪੈਂਦੇ ਹੈ ਕੰਪਨੀ ਨੂੰ ਕਿ ਅਸੀਂ ਆਪਣਾ ਵਰਕ ਫਲੋ ਕਿਸ ਤਰ੍ਹਾਂ ਲੈ ਕੇ ਚੱਲਾਂਗੇ। ਮੀਨਸ ਅਗਰ ਕੰਪਨੀ ਸਾਰਾ ਪੈਸਾ ਹੀ ਇਹਦੇ ਵਿੱਚ ਲਗਾ ਕੇ ਬੈਠ ਜੂਗੀ, ਹਰ ਵਾਰ ਕਹੇ ਵੀ ਅਸੀਂ ਮੈਕਸਿਮਮ ਆਰਡਰ ਹੀ ਹਰ ਵਾਰ ਮੰਗਾਵਾਂਗੇ, ਤਾਂ ਕੰਪਨੀ ਦੀ ਕੋਸਟ ਬਲੋਕ ਦੇ ਵਿੱਚ ਜਾਣੀ ਹੈਗੀ ਹੈ। ਜ਼ਿਆਦਾਤਰ ਕੰਪਨੀ ਕੰਮ ਕਰਦੀਆਂ ਨੇ ਮਿਨੀਮਮ ਦੇ ਵਿੱਚ ਜਾਂ ਫਿਰ ਰੀਆਰਡਰ ਦੇ ਵਿੱਚ। ਰੀਆਰਡਰ ਦੇ ਵਿੱਚ ਇੱਕ ਚਾਂਸਸ ਇਹ ਹੁੰਦੇ ਨੇ ਕਿ ਵਾਰ-ਵਾਰ ਜਿਹੜੀ ਚੀਜ਼ ਦੀ ਲੋੜ ਨਹੀਂ ਹੈਗੀ ਤੁਸੀਂ ਉਹ ਸਮਾਨ ਵੀ ਮੰਗਾਉਂਦੇ ਚਲੇ ਜਾਓਗੇ। ਮਿਨੀਮਮ ਦੇ ਵਿੱਚ ਹੁੰਦੇ ਸਾਨੂੰ ਮਿਨੀਮਮ ਰਿਕੁਆਇਰਮੈਂਟ ਕਿੰਨੀ ਹੈ, ਉਹਦੇ ਸਾਡੇ ਕੋਲ ਟਾਈਮ ਪੀਰੀਅਡ ਫਿਕਸ ਹੁੰਦਾ, 2-3 ਦਿਨ ਸਮਾਨ ਆਉਣਾ ਹੈਗਾ, ਤਾਂ ਉਸ ਦੇ ਅਕੋਰਡਿੰਗ ਇਹ ਲੈਵਲ ਜਨਰੇਟ ਕਰ ਦਿੰਦਾ, ਵਰਕ ਫਲੋ ਤੁਹਾਡਾ ਉੱਥੇ ਹੀ ਡੀਲ ਕਰਦਾ ਚਲਾ ਜਾਊਗਾ। ਉਸ ਤੋਂ ਬਾਅਦ ਹੈਗਾ ਲੌਂਗ ਟਰਮ ਫਾਈਨਾਂਸ ਹੈਗੇ। ਲੌਂਗ ਟਰਮ ਫਾਈਨਾਂਸਿੰਗ ਦਾ ਮਤਲਬ ਕਿ ਜਦੋਂ ਕੰਪਨੀ ਲੌਂਗ ਟਾਈਮ ਲਈ ਕਿੱਥੇ ਇਨਵੈਸਟਮੈਂਟ ਕਰ ਰਹੀ ਹੈ। 208 ਲੌਂਗ ਟਰਮ ਫਾਈਨਾਂਸਿੰਗ ਅਸੀਂ ਕਹਿ ਸਕਦੇ ਹਾਂ, ਮੰਨ ਲਓ ਕੰਪਨੀ ਕੋਲ ਆਪਣਾ ਪੈਸਾ ਹੈਗਾ ਵਰਕਿੰਗ ਕੈਪੀਟਲ ਦੇ ਵਿੱਚੋਂ, ਕਿਸੇ ਪਰਸਨ ਨੂੰ ਤੁਸੀਂ ਲੋਨ ਦੇਤਾ ਜਾਂ ਕਿਸੇ ਕੰਪਨੀ ਦੇ ਸ਼ੇਅਰ ਤੁਸੀਂ ਖਰੀਦ ਲਏ ਜਾਂ ਕਿਸੇ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰਤੀ, ਅਸੀਂ ਇਹਨੂੰ ਲੌਂਗ ਟਰਮ ਫਾਈਨਾਂਸਿੰਗ ਆਵਾਂਗੇ ਵਰਕਿੰਗ ਕੈਪੀਟਲ ਦੀ। ਕਿਉਂਕਿ ਵਰਕਿੰਗ ਕੈਪੀਟਲ ਦੇ ਵਿੱਚ ਬਹੁਤ ਜ਼ਿਆਦਾ ਲੌਂਗ ਟਾਈਮ ਲਈ ਨਹੀਂ ਹੁੰਦਾ ਹੈਗਾ। ਵਰਕਿੰਗ ਕੈਪੀਟਲ ਤੁਸੀਂ ਕਹੋਗੇ ਅਸੀਂ ਫਿਕਸ ਐਸਟ 'ਚ ਕਨਵਰਟ ਕਰ ਦਾਂਗੇ, ਵਰਕਿੰਗ ਕੈਪੀਟਲ ਦਾ ਪੈਸਾ ਤਾਂ ਸਿਰਫ ਕਰੰਟ ਐਸਟ ਦੇ ਵਿੱਚ ਹੀ ਹੁੰਦਾ ਹੈ। ਤੁਸੀਂ ਇਹਦੇ 'ਚ ਕਹਿ ਸਕਦੇ ਹੋ ਕਿ ਡੈਪਟਰਸ, ਕਿਸੇ ਪਰਸਨ ਨੂੰ ਐਡਵਾਂਸ ਜਾਂ ਫਿਰ ਕਿਸੇ ਪਰਸਨ ਨੂੰ ਤੁਸੀਂ ਲੋਨ ਵਗੈਰਾ ਇਸ਼ੂ ਕਰ ਰਹੇ ਹੋ, ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਲੌਂਗ ਟਰਮ ਫਾਈਨਾਂਸ ਵਿੱਚ ਆਉਣਗੀਆਂ। ਅਗਰ ਕੰਪਨੀ ਇੱਦਾਂ ਦਾ ਕੁਝ ਕੰਮ ਕਰ ਰਹੀ ਹੈ ਤਾਂ ਉਹਨਾਂ ਕੋਲ ਕਿੰਨਾ ਪੈਸਾ ਅਵੇਲੇਬਲ ਹੋਊਗਾ ਬਿਜ਼ਨਸ ਚਲਾਉਣ ਦੇ ਲਈ। ਫਿਰ ਹੈਗੀ ਮੈਨੇਜਮੈਂਟ ਕੈਸ਼ ਕਲੈਕਸ਼ਨ ਐਂਡ ਡਿਸਬਰਸਮੈਂਟ। ਅਗਰ ਤੁਸੀਂ ਕਹਿੰਦਾ ਕੰਪਨੀ ਦੇ ਵਿੱਚ ਕੈਸ਼ ਨੂੰ ਕਲੈਕਸ਼ਨ ਨੂੰ ਮੈਨੇਜਮੈਂਟ ਕਰਨਾ ਚਾਹੁੰਦੇ ਹੋ ਜਾਂ ਕਿਸ ਦੀ ਪੇਮੈਂਟ ਦੇਣੀ ਹੈ ਉਹਨਾਂ ਨੂੰ ਸੈੱਟ ਕਰਨਾ ਚਾਹੁੰਦੇ ਹੋ, ਤਾਂ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਹੋ। ਸਭ ਤੋਂ ਪਹਿਲਾਂ ਐਕਸਲਰੇਟਿੰਗ ਦੀ ਕੈਸ਼ ਕਲੈਕਸ਼ਨ, ਜਿਨ੍ਹਾਂ ਪਰਸਨ ਦਾ ਪੈਸਾ ਤੁਸੀਂ ਲੈਣਾ ਹੈਗਾ ਉਹ ਟਾਈਮ ਪੀਰੀਅਡ ਪਹਿਲਾਂ ਹੀ ਸੈਟਅਪ ਕਰਕੇ ਰੱਖੋ ਵੀ ਕਿਸ ਪਰਸਨ ਨੂੰ ਕਿਸ ਟਾਈਮ 'ਤੇ ਪੈਸੇ ਲੈਣੇ ਨੇ। ਮੋਸਟਲੀ ਤੁਸੀਂ ਕਿਸੇ ਕੰਪਨੀ ਦੇਖੋਗੇ ਤਾਂ ਸਪੈਸ਼ਲੀ ਇੱਕ ਪਰਸਨ ਨੂੰ ਕਲੈਕਸ਼ਨ ਦੇ ਹੀ ਹੁੰਦੇ ਨੇ, ਉਹਦਾ ਕੰਮ ਸਿਰਫ ਇਹੀ ਹੁੰਦਾ ਵੀ ਕਿਸ ਪਾਰਟੀ ਤੋਂ ਚੈੱਕ ਲੈਣਾ। ਅਗਰ ਕੋਈ ਪਾਰਟੀ ਚੈੱਕ ਦੇਣ ਦੇ ਵਿੱਚ ਨਹੀਂ ਆ ਪਾ ਰਹੀ ਹੈ, ਜਦ ਨਹੀਂ ਤੁਹਾਡਾ ਟ੍ਰਾਂਸਫਰ ਕਰ ਸਕਦਾ, ਤੁਹਾਡਾ ਪਰਸਨ ਖੁਦ ਜਾ ਕੇ ਪੈਸੇ ਲੈ ਕੇ ਆਊਗਾ ਜਾਂ ਉਸ ਬੰਦੇ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰੀਆਂ ਜਾਣਗੀਆਂ ਕਿ ਤੁਸੀਂ ਕਿਸ ਤਰ੍ਹਾਂ ਪੈਸੇ ਉਸ ਤੋਂ ਰਿਸੀਵ ਕਰ ਸਕਦੇ ਹੋ। ਦੂਸਰਾ ਹੈਗਾ ਡੀਸੈਂਟਰਲਾਈਜ਼ ਕਲੈਕਸ਼ਨ। ਸੈਂਟਰਲਾਈਜ਼ ਕਲੈਕਸ਼ਨ ਦਾ ਮਤਲਬ ਤਾਂ ਹੁੰਦਾ ਵੀ
ਦੋ ਤਰੀਕੇ ਨਾਲ ਹੋ ਸਕਦੀ ਹੈ, ਇੱਕ ਤਾਂ ਸੈਂਟਰਲ ਬੇਸ ਤੇ ਹੋ ਸਕਦੀ ਹੈ, ਇੱਕ ਹੁੰਦੀ ਹੈ ਡੀਸੈਂਟਰਲ। ਸੈਂਟਰਲ ਬੇਸ ਹੋਗਾ ਕਿ ਕੰਪਨੀ ਆਪਣੇ ਰੂਲਸ ਐਂਡ ਰੈਗੂਲੇਸ਼ਨ ਬਣਾਏ ਹੋਏ ਨੇ, ਉਸ ਦੇ ਅਕੋਰਡਿੰਗ ਹੀ ਕੰਪਨੀ ਕਲੈਕਸ਼ਨ ਕਰੂਗੀ। ਕੰਪਨੀ ਡਸ ਨੋਟ ਮੈਟਰ ਕੰਪਨੀ ਕਿਸ ਤਰ੍ਹਾਂ ਕੰਮ ਕਰਨਾ ਚਾਹੁੰਦੀ ਹੈ, ਕੰਪਨੀ ਆਪਣੇ ਰੂਲਸ ਬਣਾਏ ਹੋਣਗੇ। ਕੋਈ ਪਰਸਨ ਕਹੇ ਮੈਂ ਪੇਮੈਂਟ ਇੱਦਾਂ ਦੇਣੀ ਉੱਦਾਂ ਨਹੀਂ ਹੈ, ਲੇਕਿਨ ਕੰਪਨੀ ਕਹੇਗੀ ਅਸੀਂ ਤਾਂ ਸਿਰਫ ਡਿਮਾਂਡ ਡਰਾਫਟ ਨਾਲ ਹੀ ਪੇਮੈਂਟ ਲੈਣੀ ਹੈ। ਮੋਸਟਲੀ ਅਗਰ ਕਹਿੰਦਾ ਤੁਸੀਂ ਕੰਪਨੀ ਦੇ ਵਿੱਚ ਕਲੈਕਸ਼ਨ ਕਰਨੀ ਤਾਂ ਡੀਸੈਂਟਰਲਾਈਜ਼ ਬੇਸ ਤੇ ਚੱਲੋ। ਕਸਟਮਰ ਨੂੰ ਕਹੋ ਵੀ ਤੇਰੇ ਕੋਲ ਜਿਹੜੀ ਵੀ ਫੈਸਿਲਿਟੀਜ਼ ਹੈ ਅਸੀਂ ਉਸ ਦੇ ਅਕੋਰਡਿੰਗ ਵੀ ਪੈਸੇ ਲੈਣ ਨੂੰ ਰੈਡੀ ਹਾਂ। ਸਾਨੂੰ ਕੈਸ਼ ਪੈਸੇ ਦੇਣੇ ਕੈਸ਼ ਦਿਓ, ਯੂਪੀਆਈ ਪੇਮੈਂਟ ਕਰਨੀ ਯੂਪੀਆਈ ਕਰੋ, ਨੈਟ ਬੈਂਕਿੰਗ ਕਰਨੀ ਨੈਟ ਬੈਂਕਿੰਗ ਕਰੋ। ਅਦਰਵਾਈਜ਼ ਜੇ ਤੁਸੀਂ ਸਾਨੂੰ ਚੈੱਕ ਵੀ ਇਸ਼ੂ ਕਰਨਾ ਚਾਹੁੰਦੇ ਸਾਨੂੰ ਚੈੱਕ ਵੀ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਲੇਕਿਨ ਚੈੱਕ ਦੇ ਉੱਪਰ ਥੋੜੀ ਡੇਟਸ ਫਿਕਸ ਹੋਣੀ ਚਾਹੀਦੀਆਂ ਵੀ ਕਿੰਨਾ ਟਾਈਮ ਤੁਸੀਂ ਟਾਈਮ ਪੀਰੀਅਡ ਪਾ ਕੇ ਦਿਓਗੇ। ਕਿਉਂਕਿ ਜਦੋਂ ਕੋਲ ਮਲਟੀਪਲ ਤੁਹਾਡੇ ਕੋਲ ਆਪਸ਼ਨਸ ਹੋਣਗੀਆਂ ਪੇਮੈਂਟ ਰਿਸੀਵ ਦੀਆਂ, ਤਾਂ ਕਿਸੇ ਵੀ ਪਰਸਨ ਨੂੰ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਪੇਮੈਂਟ ਦੇਣ ਲਈ। ਹੁਣ ਕੁਝ ਕੰਪਨੀਜ਼ ਹੋਣਗੀ ਜਿਵੇਂ ਅਸੀਂ ਕਈ ਮੰਨ ਲਓ ਮੈਂ ਅਦਰ ਸਟੇਟ ਤੋਂ ਸਮਾਨ ਲੈ ਆਇਆ, ਜ਼ਿਆਦਾਤਰ ਕੰਪਨੀਆਂ ਕੰਮ ਕਰਦੀਆਂ ਡੀਡੀ ਦੇ ਵਿੱਚ ਕਿ ਅਸੀਂ ਤਾਂ ਸਿਰਫ ਡਿਮਾਂਡ ਡਰਾਫਟ ਨਾਲ ਹੀ ਪੇਮੈਂਟ ਲੈਣੀ ਹੈ। ਡਿਮਾਂਡ ਡਰਾਫਟ ਮੋਸਟਲੀ ਪਰਸਨ ਨਾਲ ਕਹਿੰਦੇ ਮੈਂ ਬੈਂਕ ਜਾਊਂਗਾ, ਪਹਿਲਾਂ ਲਾਈਨ ਦੇ ਵਿੱਚ ਖੜਾ ਹੋਊਂਗਾ, ਫਿਰ ਜਾ ਕੇ ਮੈਂ ਡਿਮਾਂਡ ਡਰਾਫਟ ਬਣਾਊਂਗਾ, ਮੇਰਾ ਟਾਈਮ ਵੇਸਟ ਹੋਣਾ। ਤਾਂ ਉੱਥੇ ਕੀ ਹੈ ਸੈਂਟਰਲਾਈਜ਼ ਪ੍ਰੋਸੈਸਿੰਗ ਹੋ ਜਾਂਦੀ ਹੈ, ਤਾਂ ਪੇਮੈਂਟ ਲੇਟ ਵੀ ਹੋ ਸਕਦੀਆਂ ਨੇ ਕਿਉਂਕਿ ਹਰ ਇੱਕ ਬੰਦੇ ਕੋਲ ਟਾਈਮ ਤਾਂ ਹੁੰਦਾ ਨਹੀਂ ਹੈ ਮੈਂ ਜਾ ਕੇ ਤੁਹਾਡੇ ਲਈ ਕੰਮ ਕਰਵਾ ਦੂੰ। ਡੀਸੈਂਟਰਲਾਈਜ਼ ਕਲੈਕਸ਼ਨ ਹੋਊਗੀ ਤਾਂ ਤੁਹਾਨੂੰ ਉਹਦਾ ਬੈਨੀਫਿਟ ਜ਼ਿਆਦਾ ਹੋਊ। ਲੋਕ ਬੁੱਕ ਸਿਸਟਮ, ਲੋਕ ਬੁੱਕ ਸਿਸਟਮ ਅਸੀਂ ਕਹਿ ਸਕਦੇ ਹਾਂ ਕਿ ਕੰਪਨੀਆਂ ਅਗਰ ਤੁਹਾਡਾ ਕੰਮ ਜੋ ਹੈ ਇੱਕ ਸਟੇਟ ਤੋਂ ਲੈ ਕੇ ਦੂਸਰੀ ਸਟੇਟ ਦੇ ਵਿੱਚ ਵੀ ਕੰਮ ਚੱਲ ਰਿਹਾ ਤਾਂ ਤੁਸੀਂ ਹਰੇਕ ਬੈਂਕ ਦੇ ਵਿੱਚ ਇੱਕ ਇੱਦਾਂ ਸਿਸਟਮ ਬਣਾਓ ਕਿ ਤੁਹਾਡੀ ਪੇਮੈਂਟ ਜੋ ਹੈ ਕਿਸੇ ਵੀ ਬੈਂਕ ਦੇ ਤੁਹਾਡਾ ਚੈੱਕ ਲੱਗ ਜਾਵੇ ਤੁਹਾਨੂੰ ਪੇਮੈਂਟ ਰਿਸੀਵ ਹੋ ਜਾਵੇ। ਇੱਦਾਂ ਦਾ ਕੋਈ ਸਿਸਟਮ ਸੈਟਅਪ ਕਰੋ। ਜਾਂ ਫਿਰ ਹਰੇਕ ਸਟੇਟ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਇੱਕ ਮਿਨੀ ਆਫਿਸ ਹੋਣਾ ਚਾਹੀਦਾ ਜਿੱਥੇ ਤੁਹਾਡੀਆਂ ਚੈੱਕ ਦੀਆਂ ਪੇਮੈਂਟਸ ਹੋਣ ਜਾਂ ਕੈਸ਼ ਪੇਮੈਂਟ ਹੋਣ, ਕਲੈਕਸ਼ਨ ਹੁੰਦੀਆਂ ਚਲੇ ਜਾਣ ਤਾਂ ਤੁਹਾਡੇ ਕੋਲ ਪੇਮੈਂਟ ਆਉਂਦੀ ਚਲੀ ਜਾਵੇ। ਤਾਂ ਇਹ ਕੰਮ ਵੀ ਕਰਨਾ ਤੁਸੀਂ ਕੰਮ ਯੂਜ਼ ਕਰ ਸਕਦੇ ਹੋ। ਅਦਰਵਾਈਜ਼ ਹਰੇਕ ਬੰਦੇ ਨੂੰ ਵੇਟ ਨਾ ਕਰਨੀ ਪਵੇ, ਉਹਨੂੰ ਪੇਮੈਂਟ ਦੇਣ ਲਈ ਪਹਿਲਾਂ ਤੁਹਾਡੇ ਕੋਲ ਅਦਰ ਸਟੇਟ ਦੇ ਵਿੱਚ ਆਉਣਾ ਪਵੇ, ਇਹ ਕੋਈ ਕੰਮ ਨਹੀਂ ਹੋਣਾ ਚਾਹੀਦਾ। ਤੁਹਾਡੀ ਕਲੈਕਸ਼ਨ ਹਰ ਜਗ੍ਹਾ ਤੇ ਹੋਣੀ ਚਾਹੀਦੀ ਹੈ। ਮੈਂ ਐਗਜ਼ਾਮਪਲ ਕਰਾਂ ਅੱਜ ਦੇ ਟਾਈਮ ਚੱਲਦੀ ਹੈ ਕਿ ਜਿਵੇਂ ਕੋਈ ਛੋਟੀ ਛੋਟੀਆਂ ਕੰਪਨੀਆਂ ਫਾਈਨਾਂਸ ਬੇਸ ਤੇ ਜਾਂ ਫਿਰ ਰਿਚਾਰਜ ਬੇਸ ਤੇ ਮਲਟੀ ਦਾ ਕੰਮ ਕਰਦੀਆਂ ਨੇ, ਤਾਂ ਉਹਨਾਂ ਦੀ ਪੇਮੈਂਟਸ ਕੀ ਹੁੰਦੀ, ਤੁਸੀਂ ਕਿਸੇ ਵੀ ਬੈਂਕ ਦੇ ਵਿੱਚ ਚਲੇ ਜਾਓ, ਏਟੀਐਮ ਮਸ਼ੀਨਸ ਲੱਗੀਆਂ ਹੋਈਆਂ ਉੱਥੇ ਜਮ੍ਹਾਂ ਕਰਾ ਦਿਓ, ਡਾਇਰੈਕਟ ਕੰਪਨੀ ਦੇ ਅਕਾਊਂਟ ਦੇ ਵਿੱਚ ਪੇਮੈਂਟ ਚਲੀ ਜਾਂਦੀ ਹੈ। ਬਸ ਤੁਸੀਂ ਰਿਸਿਪਟ ਨੰਬਰ ਅਪਡੇਟ ਕਰਨੀ ਹੁੰਦਾ, ਬੰਦਾ ਜਿਹੜਾ ਅਕਾਊਂਟਸ ਤੇ ਬੈਠਾ ਹੋ ਵੈਰੀਫਾਈ ਕਰ ਲੈਂਦਾ। ਤੇ ਇਦਾਂ ਦਾ ਸਿਸਟਮ ਵੀ ਕਹਿੰਦਾ ਕੰਪਨੀ 'ਚ ਹੋਣਾ ਚਾਹੀਦਾ ਹੈਗਾ। ਕੰਟਰੋਲ ਡਿਸਬਰਸਮੈਂਟ, ਕੰਟਰੋਲ ਡਿਸਬਰਸਮੈਂਟ ਮਤਲਬ ਕਿ ਜਿਨ੍ਹਾਂ ਨੂੰ ਤੁਸੀਂ ਪੇਮੈਂਟ ਦੇਣੀ ਹੈ ਉਹ ਵੀ ਕੰਟਰੋਲ ਬੇਸ ਤੇ ਹੋਣੀ ਚਾਹੀਦੀ ਹੈ। ਇੱਦਾਂ ਦਾ ਨਹੀਂ ਹੈ ਕਿ ਤੁਹਾਨੂੰ ਕੋਈ ਪਤਾ ਹੀ ਨਹੀਂ ਕਿ ਇਸ ਦੀ ਪੇਮੈਂਟ ਕਦੋਂ ਦੇਣੀ ਹੈ, ਕਿਉਂਕਿ ਅਗਰ ਤੁਸੀਂ ਕਿਸੇ ਵੀ ਪਰਸਨ ਦੀ ਪੇਮੈਂਟ ਦਾ ਰਿਕਾਰਡ ਨਹੀਂ ਰੱਖੋਗੇ, ਮੋਸਟਲੀ ਤਾਂ ਕ੍ਰੈਡੀਟਰ ਦਾ ਹੀ ਹੁੰਦਾ ਹੈਗਾ ਪਲੱਸ ਇੱਕ ਲੋਨ ਵਗੈਰਾ ਦਾ। ਅਗਰ ਇਹ ਟਾਈਮ ਤੇ ਤੁਸੀਂ ਪੇ ਕਰਦੇ ਚਲੇ ਜਾਓਗੇ ਤਾਂ ਤੁਹਾਨੂੰ ਕਦੇ ਵੀ ਕੰਪਨੀ 'ਚ ਕਿਤੇ ਪ੍ਰੋਬਲਮ ਨਹੀਂ ਆਉਣੀ, ਤੁਹਾਡਾ ਕੈਸ਼ ਈਜ਼ੀਲੀ ਬੇਸ ਨਾਲ ਮੈਨੇਜ ਹੁੰਦਾ ਚਲਾ ਜਾਊਗਾ। ਪੇਮੈਂਟਸ ਆਉਣਗੀਆਂ ਰੈਗੂਲਰ ਜਾਈ ਜਾਣਗੀਆਂ, ਤੁਹਾਡਾ ਪੇਮੈਂਟਸ ਕਦੇ ਵੀ ਸਟੋਪ ਨਹੀਂ ਕਰ ਸਕਦਾ। ਡਿਸਬਰਸਮੈਂਟ ਔਰ ਪੇਮੈਂਟ ਫਲੋਟ, ਇੱਕ ਇਹਦੇ 'ਚ ਆਪਸ਼ਨ ਆਉਂਦਾ ਹੈਗਾ ਫਲੋਟ, ਆਪਾਂ ਵਾਰ-ਵਾਰ ਗੱਲ ਕਰ ਰਹੇ ਸੀ ਵਿੱਚ ਟਾਈਮ ਪੀਰੀਅਡ ਕੁਛ ਆਉਂਦਾ ਹੁਣ ਫਲੋਟ ਕਹਿੰਦੇ ਨੇ। ਮੈਂ ਐਗਜ਼ਾਮਪਲ ਕਹਾਂ ਦੋ ਤਰੀਕੇ ਨਾਲ ਦੇਖ ਸਕਦੇ ਹਾਂ ਆਪਾਂ, ਰਿਸਿਪਟ ਦੇ ਵਿੱਚ ਵੀ ਦੇਖ ਸਕਦੇ ਹਾਂ ਔਰ ਪੇਮੈਂਟ ਵੀ ਦੇਖ ਸਕਦੇ ਹਾਂ। ਤੁਸੀਂ ਕਿਸੇ ਨੂੰ ਚੈੱਕ ਇਸ਼ੂ ਕੀਤਾ 1 ਤਰੀਕ ਨੂੰ, ਚੈੱਕ ਇਸ਼ੂ ਕਰਤਾ 10,000 ਰੁਪਏ ਦਾ, ਉਹਦੇ ਉੱਪਰ ਤਾਰੀਖ ਤੁਸੀਂ ਪਾਤੀ 7 ਤਰੀਕ, ਬੰਦਾ ਤਾਂ ਚੈੱਕ ਲੈ ਕੇ ਚਲਾ ਗਿਆ ਲੇਕਿਨ ਜਿਹੜੇ ਵਿੱਚ 6 ਦਿਨ ਆ ਗਏ ਤੁਹਾਨੂੰ ਅਸੀਂ ਕੀ ਕਹਿੰਦੇ ਫਲੋਟ ਪੀਰੀਅਡ ਕਹਿੰਦੇ ਆ ਕਿ 6 ਦਿਨ ਪੈਸਾ ਤੁਸੀਂ ਇਹ ਨਹੀਂ ਕਿ ਪਰਸਨ ਥੋੜਾ ਯੂਜ਼ ਕਰੋ, ਤੁਸੀਂ ਹੀ ਯੂਜ਼ ਕਰ ਸਕਦੇ ਹੋ 6 ਦਿਨ। ਤੁਸੀਂ 7 ਤਰੀਕ ਪਾ ਕੇ ਦਿੱਤੀ ਹੋਈ ਚੈੱਕ, ਅਗਲੇ ਪਰਸਨ ਵੱਲੋਂ ਪੇਮੈਂਟ ਚਲੇਗੀ। ਸੇਮ ਇਦਾਂ ਕੰਡੀਸ਼ਨ ਸਾਡੇ ਅਕੋਰਡਿੰਗ ਹੁੰਦੀਆਂ, ਅਸੀਂ ਕਿਸੇ ਤੋਂ ਪੇਮੈਂਟ ਲੈਣੀ ਹੈ, ਅਗਰ ਸਾਨੂੰ ਉਹਨੇ ਬੰਦੇ ਨੇ ਪੈਸੇ ਚੈੱਕ ਬਣਾ ਕੇ ਦਿੱਤਾ, ਅਸੀਂ ਕਹੀ ਵੀ ਪੇਮੈਂਟ ਆ ਗਈ ਨੋ, ਉਹ 6 ਦਿਨ ਪੈਸਾ ਜਿਹੜਾ ਬੰਦਾ ਖੁਦ ਯੂਜ਼ ਕਰ ਰਿਹਾ ਤਾਂ ਅਸੀਂ ਉਹਨੂੰ ਫਲੋਟ ਕਹਿ ਸਕਦੇ ਹਾਂ। ਇਹ ਟਾਈਮ ਪੀਰੀਅਡ ਨੂੰ ਮੈਨੇਜ ਕਰਨਾ ਵੀ ਜ਼ਰੂਰੀ ਹੁੰਦਾ ਹੈ। ਮੋਸਟਲੀ ਕੰਪਨੀਜ਼ ਪਹਿਲਾਂ ਤੋਂ ਹੀ ਲੈ ਕੇ ਚੱਲਦੀਆਂ, ਅਗਰ ਮੰਨ ਲਓ ਕੋਈ ਬੰਦਾ ਚੈੱਕ ਤੇ ਪੇਮੈਂਟ ਲੈਣ ਵਾਲਾ ਹੈ, ਜਿਵੇਂ ਤੁਸੀਂ ਸਮਾਨ ਦੇ ਕੇ ਆਓਗੇ ਪਹਿਲਾਂ ਹੀ 15 ਦਿਨ ਦਾ 10 ਦਿਨ ਦਾ ਜਾਂ ਫਿਰ 7 ਦਿਨ ਦਾ ਟਾਈਮ ਪੀਰੀਅਡ ਪਾ ਕੇ ਚੈੱਕ ਲੈ ਲੈਂਦੇ ਨੇ ਕਿ ਇਸ ਤੋਂ ਬਾਅਦ ਨਹੀਂ ਹੈ ਕਿ ਅਸੀਂ 15 ਦਿਨ ਬਾਅਦ ਆਵਾਂਗੇ ਚੈੱਕ ਲੈਣ, ਤੁਸੀਂ ਫਿਰ 15 ਦਿਨ ਪਾ ਕੇ ਦਓਗੇ, ਫਿਰ ਤਾਂ 1 ਮਹੀਨੇ ਦਾ ਟਾਈਮ ਪੀਰੀਅਡ ਹੋ ਗਿਆ। ਤਾਂ ਉਹ ਟਾਈਮ ਪੀਰੀਅਡ ਜਿਹੜਾ ਗ੍ਰੀਸ ਪੀਰੀਅਡ ਪਹਿਲਾਂ ਤੋਂ ਹੀ ਮੈਨੇਜ ਕਰਨਾ ਜ਼ਰੂਰੀ ਹੈ ਕਿ ਇਹ 6 ਦਿਨ ਜਿਹੜੇ ਵਿੱਚ ਹੈਗੇ ਨੇ ਇਹ ਕਿਸ ਤਰ੍ਹਾਂ ਮੈਨੇਜ ਕਰਾਂਗੇ। ਅਗਰ ਕਿਸੇ ਨੂੰ ਚੈੱਕ ਦਿੱਤਾ ਹੋਇਆ ਤਾਂ 6 ਦਿਨ ਸਾਡੇ ਕੋਲ ਪੇਮੈਂਟ ਹੈਗੀ ਹੈ, ਕਿਸੇ ਤੋਂ ਲਿਆ ਹੋਇਆ ਤਾਂ 6 ਦਿਨ ਸਾਨੂੰ ਵੇਟ ਵੀ ਕਰਨੀ ਪੈਣੀ ਹੈ ਪੇਮੈਂਟ ਆਉਣ ਲਈ, ਤਾਂ ਉਹ 6 ਦਿਨ ਤੁਸੀਂ ਮੈਨੇਜ ਕਰਨੇ ਜ਼ਰੂਰੀ ਨੇ। ਡਿਟਰਮਾਈਨਿੰਗ ਦੀ ਆਪਟੀਮਮ ਕੈਸ਼ ਬੈਲੈਂਸ, ਕੰਪਨੀ ਦੇ ਵਿੱਚ ਕਹਿੰਦਾ ਆਪਟੀਮਮ ਕੈਸ਼ ਬੈਲੈਂਸ ਕਿਸ ਤਰ੍ਹਾਂ ਹੋ ਸਕਦਾ ਕਿਸੇ ਵੀ ਕੰਪਨੀ ਜੇਕਰ ਚੈੱਕ ਕਰਨ ਜਾਓਗੇ ਤਾਂ ਦੋ ਮਾਡਲ ਹੈਗੇ ਨੇ, ਇੱਕ ਤਾਂ ਹੈਗਾ ਬਾਊਮਲ ਮਾਡਲ, ਇੱਕ ਹੈਗਾ ਮਿਲਰ ਮਾਡਲ। ਜਿਹੜਾ ਬਾਊਮਲ ਮਾਡਲ ਹੈਗਾ ਕਹਿੰਦਾ ਕੋਈ ਵੀ ਕੰਪਨੀ ਅਗਰ ਆਪਟੀਮਮ ਦੀ ਗੱਲ ਕਰਨੀ ਤਾਂ ਕੁਝ ਅਜੰਪਸ਼ਨਸ ਉਹਨੇ ਮੰਨ ਕੇ ਚੱਲੇ ਕਿ ਇਸ ਬੇਸ ਤੇ ਕੈਸ਼ ਬੇਸ ਤੇ ਕੰਮ ਕਰ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਅਜੰਪਸ਼ਨਸ ਉਹਨੇ ਕਿਹਾ ਕਿ ਫਰਮ ਇਜ਼ ਏਬਲ ਟੂ ਫੋਰਕਾਸਟ ਇਟਸ ਕੈਸ਼ ਨੀਡ ਵਿਦ ਸਰਟਨਟੀ। ਹਰੇਕ ਕੰਪਨੀ ਕੋਲ ਕਹਿੰਦਾ ਇੱਕ ਇਹਦੀ ਫੈਸਿਲਿਟੀਜ਼ ਹੁੰਦੀ ਹੈ ਕਿ ਉਹਨਾਂ ਕੋਲ ਐਬਿਲਿਟੀਜ਼ ਹੁੰਦੀਆਂ ਨੇ ਕਿ ਆਪਣਾ ਕੈਸ਼ ਈਜ਼ੀਲੀ ਬੇਸ ਨਾਲ ਮੈਨੇਜ ਕਰ ਸਕਦੇ ਨੇ, ਉਹਨਾਂ ਨੂੰ ਪ੍ਰੋਪਰ ਨੌਲੇਜ ਹੁੰਦੀ ਹੈ। ਅਗਰ ਉਹ ਸਰਟੇਨਟੀ ਬੇਸ ਤੇ ਕੰਮ ਕਰਨ ਬਿਲਕੁਲ ਕਲੀਅਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਪ੍ਰੋਪਰ ਰਿਕਾਰਡ ਹੋਊਗਾ ਤਾਂ ਕਹਿੰਦਾ ਕੰਮ ਕਰ ਸਕਦੀ ਹੈ। ਅਗਰ ਤੁਸੀਂ ਕਹਿੰਦਾ ਰਿਕਾਰਡ ਹੀ ਨਹੀਂ ਰੱਖ ਰਹੇ ਤਾਂ ਕੋਈ ਵੀ ਕੰਪਨੀ ਨਹੀਂ ਕੰਮ ਕਰ ਸਕਦੀ। ਦੂਸਰਾ ਉਹਨਾਂ ਨੇ ਕਿਹਾ ਕਿ ਕੈਸ਼ ਪੇਮੈਂਟਸ ਓਕਿਓਰ ਯੂਨੀਫਾਰਮਲੀ ਓਵਰ ਅ ਪੀਰੀਅਡ ਆਫ ਟਾਈਮ, ਕੈਸ਼ ਪੇਮੈਂਟਸ ਕਹਿੰਦਾ ਲਗਾਤਾਰ ਆਉਂਦੀਆਂ ਰਹਿੰਦੀਆਂ ਹੈਗੀਆਂ ਨੇ, ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਪਰਮਾਨੈਂਟ ਉਹਦਾ ਰਿਕਾਰਡ ਰੱਖੋ ਕਿਸ ਦੀ ਪਰਸਨ ਪੇਮੈਂਟ, ਕਿਉਂਕਿ ਸੋਚਿਆ ਵੀ ਨਹੀਂ ਹੁੰਦਾ ਸੀ ਕਈ ਪੇਮੈਂਟਸ ਇੱਦਾਂ ਵੀ ਕਰਨੀ ਪੈਂਦੀ ਐਮਰਜੈਂਸੀ ਬੇਸ ਤੇ। ਮੰਨ ਲਓ ਕੰਪਨੀ ਕੋਈ ਮੀਟਿੰਗ ਆ ਗਈ, ਐਟ ਏ ਟਾਈਮ ਦਾ ਜਿਹੜਾ ਖਰਚਾ ਹੋਊਗਾ
ਉਹ ਤਾਂ ਤੁਹਾਨੂੰ ਕੈਸ਼ ਤੇ ਹੀ ਕਰਨਾ ਪੈਣਾ, ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਅਸੀਂ ਮਹੀਨੇ ਬਾਅਦ ਬੰਦੇ ਨੂੰ ਪੇਮੈਂਟ ਦੇਵਾਂਗੇ, ਅਦਰਵਾਈਜ਼ ਤੁਹਾਡੀ ਕੰਪਨੀ ਮੀਟਿੰਗ ਹੋਲਡ ਨਹੀਂ ਹੋ ਸਕਦੀ। ਥਰਡ ਹੈਗਾ ਕਿ ਓਪਰਚੁਨਿਟੀ ਆਫ ਹੋਲਡਿੰਗ ਕੈਸ਼ ਇਜ਼ ਨੋਨ ਇਟ ਡਜ਼ ਨਾਟ ਚੇਂਜ ਓਵਰ ਟਾਈਮ। ਅਗਰ ਅਸੀਂ ਆਪਣੇ ਕੋਲ ਕਹਿੰਦਾ ਕੈਸ਼ ਰੱਖ ਰਹੇ ਹਾਂ, ਸਾਨੂੰ ਓਪਰਚੁਨਿਟੀ ਪਹਿਲਾਂ ਤੋਂ ਹੀ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਕੈਸ਼ ਕਿੱਥੇ ਕਿੱਥੇ ਇਨਵੈਸਟਮੈਂਟ ਕਰ ਸਕਦੇ ਹਾਂ ਜਾਂ ਫਿਰ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ। ਔਰ ਇਹ ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੁੰਦਾ ਹੈ। ਕੰਪਨੀ ਜਿੱਦਾਂ ਨਹੀਂ ਹੁੰਦਾ ਕਿ ਮੈਨੂੰ ਪਤਾ ਕਿ ਮੈਂ ਕੈਸ਼ ਰੱਖ ਕੇ ਚੋਂ, ਤੁਸੀਂ ਐਗਜ਼ਾਮਪਲ ਆਪਣੀ ਹੀ ਲੈ ਲਓ ਕਿ ਜੇਬ 'ਚ ਮੇਰੇ ਕੋਲ ਪੈਸੇ ਨੇ ਤੇ ਮੇਰੇ ਕੋਲ ਬਹੁਤ ਸਾਰੀ ਓਪਰਚੁਨਿਟੀਜ਼ ਨੇ ਔਰ ਮੈਨੂੰ ਪਤਾ ਹੀ ਹੁੰਦਾ ਕਿ ਮੈਂ ਪੈਸਾ ਕਿੱਥੇ ਕਿੱਥੇ ਇਨਵੈਸਟਮੈਂਟ ਕਰ ਸਕਦਾ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਹਰ ਵਾਰ ਖਾਣ ਪੀਣ ਦੀ ਲਗਾਉਣ ਵਾਲੇ ਹੋਵਾਂਗੇ। ਤਾਂ ਸੇਮ ਕੰਪਨੀ 'ਚ ਇਦਾਂ ਚੱਲਦਾ ਹੈ ਨਾ, ਹਰੇਕ ਕੰਪਨੀ ਅਗਰ ਸਰਟੇਨਟੀ ਬੇਸ 'ਤੇ ਕੰਮ ਕਰੂਗੀ ਤਾਂ ਉਹਨਾਂ ਨੂੰ ਕੈਸ਼ ਆਪਣੇ ਕੋਲ ਰੱਖਣ ਦਾ ਬੈਨੀਫਿਟ ਵੀ ਪਹਿਲਾਂ ਤੋਂ ਹੀ ਕਲੀਅਰ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਆਪਸ਼ਨ ਕਹਿ ਰਹੀ ਹੈ ਫਰਮ ਵਿਲ ਸੇਮ ਓਕਿਊਰ ਸੇਮ ਟ੍ਰਾਂਜੈਕਸ਼ਨ ਕੋਸਟ ਵੈਨਐਵਰ ਇਟ ਕਨਵਰਟ ਸਿਕਿਉਰਿਟੀ ਟੂ ਕੈਸ਼। ਹਰੇਕ ਕੰਪਨੀ ਨੂੰ ਕਹਿੰਦਾ ਆਪਣੀ ਸੇਮ ਟ੍ਰਾਂਜੈਕਸ਼ਨਸ ਬਾਰੇ ਇਨਫੋਰਮੇਸ਼ਨ ਪਤਾ ਹੁੰਦੀਆਂ ਨੇ ਕਿ ਮੰਨ ਲਓ ਕੰਪਨੀ ਜੋ ਵੀ ਪੈਸੇ ਆ ਰਹੇ ਨੇ ਇਹਨਾਂ ਨੂੰ ਕਦੋਂ ਅਸੀਂ ਕੈਸ਼ 'ਚ ਕਨਵਰਟ ਕਰ ਸਕਦੇ ਹਾਂ। ਐਗਜ਼ਾਮਪਲ ਉਹਨਾਂ ਨੇ ਇਹਦੇ 'ਚ ਲਈ ਹੈਗੀ ਤੁਹਾਡੀ ਸਟਾਕ ਦੇ ਵਿੱਚ, ਡੈਪਟਰ ਦੇ ਵਿੱਚ। ਹਰੇਕ ਕੰਪਨੀ ਕੋਲ ਕਹਿੰਦਾ ਇਹਦਾ ਪ੍ਰੋਪਰ ਰਿਕਾਰਡ ਹੋਊਗਾ। ਕੈਸ਼ ਦਾ ਕਹਿੰਦਾ ਜਦੋਂ ਮਰਜ਼ੀ ਕਨਵਰਟ ਕਰ ਲੈਣਾ ਉਹ, ਜਦੋਂ ਉਹਨਾਂ ਨੂੰ ਪਤਾ ਹੋਊਗੀ ਵੀ ਇਸ ਟਾਈਮ 'ਤੇ ਸਾਡੇ ਕੋਲ ਪੈਸਾ ਆਉਣਾ। ਅਗਰ ਪ੍ਰੋਪਰ ਰਿਕਾਰਡ ਨਹੀਂ ਹੈ ਤਾਂ ਆਪਟੀਮਮ ਕੈਸ਼ ਬੈਲੈਂਸ ਕਦੇ ਵੀ ਕੰਪਨੀ ਜਨਰੇਟ ਨਹੀਂ ਹੋ ਸਕਦਾ। ਇਹ ਪੌਗਨ ਮਾਡਲ ਹੈ ਜੋ ਆਪਣੇ ਹਿਸਾਬ ਨਾਲ ਕਿਸੇ ਹਿਸਾਬ ਨਾਲ ਡਿਫਾਈਨ ਕਰਕੇ ਦੱਸਿਆ ਕਿ ਕੰਪਨੀ ਜਦੋਂ ਵੀ ਕੰਮ ਕਰੇ ਇੱਕ ਸਰਟੇਨਟੀ ਬੇਸ 'ਤੇ ਹੀ ਕੰਮ ਕਰੇ ਤਾਂ ਕੰਪਨੀ ਆਪਟੀਮਮ ਸਟਰਕਚਰ ਦੇ ਵਿੱਚ ਜਾ ਸਕਦੀ ਹੈ। ਇੱਕ ਤਾਂ ਹੁੰਦਾ ਕੰਪਨੀ ਕੋਲ ਕੈਸ਼ ਬੈਲੈਂਸ ਵੀ, ਕੰਪਨੀ ਕੋਲ ਬੈਂਕ 'ਚ ਪੈਸਾ ਵੀ ਪਿਆ, ਡੈਪਟਰ 'ਚ ਵੀ ਪੈਸਾ ਪਿਆ, ਕਰੰਟ ਐਸਟ ਟੋਟਲ ਕਹਿ ਲੈਂਦੇ ਨੇ। ਆਪਟੀਮਮ ਉਦੋਂ ਹੁੰਦਾ ਜਦੋਂ ਕੰਪਨੀ ਕੋਲ ਲਿਕੁਇਡ ਫਾਰਮ ਦੇ ਵਿੱਚ ਪੈਸਾ ਪਿਆ ਹੁੰਦਾ ਕਿ ਜਦੋਂ ਪੈਸੇ ਦੀ ਲੋੜ ਹੋਈ ਕੈਸ਼ ਦੇ ਵਿੱਚ ਕਨਵਰਟ ਕੀਤਾ ਔਰ ਪੇਮੈਂਟਸ ਖਤਮ ਕਰਤੀਆਂ। ਉਸ ਤੋਂ ਬਾਅਦ ਇੱਕ ਹੋਰ ਮਾਡਲ ਹੈਗਾ, ਉਹਨੂੰ ਅਸੀਂ ਮਿਲਰ ਮਾਡਲ ਕਹਿੰਦੇ ਹਾਂ। ਮਿਲਰ ਮਾਡਲ ਕੀ ਕਹਿੰਦਾ ਹੈ, ਕੰਪਨੀ ਹੈਲਪ ਦੀ meet its cash requirement at the lowest possible cost by placing upper and lower limits of cash balance। हाँ जी पब्लिक का ये जो हमारी कमीशन है, जो हमारा जैसे हम यूपीएससी एग्जाम देते हैं ना, पंजाब का भी एग्जाम है, उसके लिए तैयारी कर रही है, करने का हमने। मिलर मॉडल क्या आता है, कंपनी कहता है ऑलवेज एक अगर लिमिट बना के चले फिर उसको कहाँ कहाँ पे खर्चे करने हैं, और उसके पास अगर कहता भी लोअर लिमिट और अपर लिमिट ऑलवेज अवेलेबल हो। मान लीजिए हम बोलें कि कंपनी बोलती है कि मेरे पास एक लिमिट है भी 10,000 की, ऑलवेज ये पैसा हमारे पास होना चाहिए। फिर भी कई बार कंपनी को कहता है ऑलवेज कॉस्ट करनी पड़ते हैं, खर्चे पर एमरजेंसी बेस पे भी कर सकते हैं, तो लोअर लिमिट इससे कभी कम पैसा नहीं होना चाहिए, हाईएस्ट लिमिट है तो इससे ज़्यादा कभी पैसा नहीं होना चाहिए। इन हैंड कैश अगर कोई कंपनी कहता अगर इन लिमिट्स को मैनेज करके चले कि उनको कहाँ कहाँ पे खर्चे करने हैं, अगर ये लिमिट्स मैनेज हो जाएंगी तो कभी भी कंपनी में कैश की कमी नहीं होगी। अगर कंपनी इसका रिकॉर्ड ही नहीं रख रही तो फिर बेनिफिट कंपनी के लिए कभी नहीं होता, कंपनी ऑलवेज नुकसान में जाएगी। हम लोग कभी देखते हैं कोई बंदा अकाउंट्स में काम कर रहा होगा, आपका कैश बैलेंस कभी भी माइनस में नहीं जाना चाहिए, माइनस में जाएंगे तो जुर्माना है। अगर बाई द वे कभी कभी चेकिंग हो जाएगा, कंपनी वाले चेक करने का, फिर जैसे जीएसटी डिपार्टमेंट, सेल टैक्स डिपार्टमेंट या फिर इनकम टैक्स वाले ही आते हैं, बोले भी अकाउंट चेक करो, अगर कहीं पर भी आपका कैश माइनस में गया है तो जुर्माने लगते हैं। कैश तो कभी माइनस जा ही नहीं सकता, हमारे हाथ में पैसा होता है, कई बार हम बुक्स ऑफ अकाउंट्स में दिखा भी दें माइनस में कभी नहीं जाता। तो ये लिमिट्स कहता है मैनेज करनी जरूरी है। ऑप्टिमम कैपिटल स्ट्रक्चर को मैनेज करना है तो लोअर लिमिट भी होनी चाहिए, अपर लिमिट भी होनी चाहिए, ऑलवेज कंपनी के इन हैंड पैसा रहेगा ही रहेगा। इस लिमिट से अगर कंपनी का पैसा जा रहा है तो कंपनी वेट करेगी, पहला पैसा जनरेट करे, कहाँ से पैसा आना है, तब जाके वो टाइम पीरियड को मतलब एडजस्ट कर सकते हैं। फिर आते हैं इन्वेस्टिंग सरप्लस कैश इन मार्केटिंग सिक्योरिटी। मान लीजिए कंपनी के पास सरप्लस पैसा है, जैसे हम बोलें कि 15,000 से भी ज़्यादा पैसा आ रहा है, तो कंपनी कहता है अलग अलग जगह पे इन्वेस्टमेंट कर सकती है। सबसे पहले अपॉर्चुनिटी में आ रहा है कि सिलेक्टिंग इन्वेस्टमेंट अपॉर्चुनिटी। जब भी कंपनी अपॉर्चुनिटीज देखने जाएगी कहाँ कहाँ हम पैसे इन्वेस्टमेंट कर सकते हैं, तो सबसे पहले उसमें सेफ्टी देखना जरूरी है कि जो हम पैसा लगाने जा रहे हैं सेफ साइड में लगाने जा रहे हैं, जब हमें रिक्वायरमेंट हो हम पैसा वापस ले भी सकते हैं कि नहीं ले सकते। मैं एग्जाम्पल बोलूँ, आप बोलते कि हमारे पास पैसा एक्स्ट्रा है, आप म्यूचुअल फंड में पैसा लगा दो, म्यूचुअल फंड में है तो सेफ्टी है, पैसा जाने वाला तो नहीं है, लेकिन इसमें क्या टाइम है अभी 1 ईयर, कम से कम 1 साल तो पैसा निकाल ही नहीं सकते। तो आप लोग सोचेंगे कि अगर हमें पैसे सरप्लस है, इमरजेंसी बेस पर जरूरत पड़ गई तो यहाँ पे लगाएंगे तो मे भी नुकसान भी हो सकता है। उसके बाद फिर है मैच्योरिटी, वही टाइम पीरियड क्लियर आ गया इसमें मैच्योरिटी भी, जो पैसा आप लगाएंगे कितने टाइम पीरियड में आपको वापस मिलेगा। मान लो एफडी वगैरह बैंक में करवा ली, उसका तो है भी 1 साल के लिए करवाइए, 2 साल करवा लिए, अगर एमरजेंसी प्री क्लोज करवाना चाहिए तो प्री क्लोज करा भी सकते हैं। फिर आते हैं मार्केटेबिलिटी, जो पैसा आज आप लगाने जाएंगे कितनी स्पीड पे वो पैसा बढ़ेगा। म्यूचुअल फंड में पैसा लगा रहे हैं, अगर मार्केट अच्छी ग्रो कर रही है बहुत जल्दी, जितना ब्याज तो बैंक में नहीं मिलता जितना आपको मार्केट में मिल जाएगा।
बाई द वे मार्केट में नहीं लगा रहे तो बैंक में लगा रहे तो कितने परसेंट रेट ऑफ इंटरेस्ट मिलेगा। जैसे बैंक में भी अलग अलग है, सेविंग में 4% है, आरडी में 5% है, मे बी एफडी में 6% है, तो हमें वो रेट ऑफ इंटरेस्ट भी चेक करने जरूरी होंगे। फिर आते हैं टाइप्स ऑफ शॉर्ट टर्म इन्वेस्टमेंट अपॉर्चुनिटीज। कंपनी के पास कौन कौन सी ऐसी अपॉर्चुनिटीज होती हैं अगर शॉर्ट टर्म पर इन्वेस्टमेंट करनी हो तो। सबसे पहले ट्रेजरी बिल। गवर्नमेंट अगर कंपनी चाहे तो गवर्नमेंट के ट्रेजरी बिल्स में पैसा लगा सकती है। गवर्नमेंट ने ऐसी कोई स्कीम चलाई हुई है, आप पैसा लगाइए जिसका बेनिफिट आपको फ्यूचर में हो सकता है। कोई भी जैसे हम बोलेंगे गोल्ड की स्कीम होगी, गोल्ड बिस्कुट की स्कीम होगी, तो वहाँ पर इन्वेस्टमेंट कर सकते हैं जिसमें लेस देन 1 ईयर के लिए इन्वेस्टमेंट हो सके। उसके बाद कमर्शियल पेपर, मान लीजिए आप किसी कमर्शियल पेपर में लगाना चाहें, सीपी नोट्स में पैसा लगाना चाहें जो हाईली क्रेडिबिलिटी लार्ज वैसे तो बहुत सारी लार्ज कंपनियों में होता है सीपी नोट। अगर आपको लगता है कि लार्ज कंपनी इन्वेस्टमेंट करने का, अगर कंपनी सीपी नोट इशू करवा देती हैं, पैसे उनके पास होते नहीं है, तो आप उन कंपनियों के फेवर में काम कर सकते हो। अभी आप पैसे दे दोगे जिस बंदे के देने हैं, लेकिन कंपनी आपको इंटरेस्ट में पैसे वापस कर देगी। उसके बाद सर्टिफिकेट ऑफ डिपॉजिट। कहीं पर भी आपको लगता है कि फिक्स एसेट में, जैसे कि फिक्स डिपॉजिट में, आरडी अकाउंट में आप पैसे लगा रहे हैं, तो यहाँ पर भी वैसे आप इन्वेस्टमेंट कर सकते हैं। बैंक डिपॉजिट्स। बैंक डिपॉजिट टाइम टू टाइम होते हैं, मोस्टली सेविंग अकाउंट ही ज़्यादा चलते हैं, जैसे हम बोले पीपीएफ अकाउंट हो गया या फिर पीएफ अकाउंट हो गया। इस तरह से बैंक में अकाउंट खोल के भी इन्वेस्टमेंट आप कर सकते हैं। इंटर कॉर्पोरेट डिपॉजिट्स। शॉर्ट टर्म इन्वेस्टमेंट के लिए आप अलग अलग कंपनियों में भी डिपॉजिट कर सकते हैं। जिस कंपनी को पैसे की रिक्वायरमेंट है वहाँ पर आप ऐसे इन्वेस्टमेंट कर दीजिए। 3 to 12 डेज के लिए भी होता है। उसके बाद हम बोल सकते हैं कि 1 मंथ to 9 मंथ के लिए पैसे भी इन्वेस्टमेंट इसमें होते हैं, या फिर 9 to 365 डेज के लिए भी इन्वेस्टमेंट होती है इंटर कॉर्पोरेट डिपॉजिट्स। रेट ऑफ इंटरेस्ट वैसे ही बढ़ते चले जाएंगे, जितना टाइम पीरियड कम होगा रेट ऑफ इंटरेस्ट कम होगा, जितना टाइम पीरियड ज़्यादा होगा उतना रेट ऑफ इंटरेस्ट ज़्यादा लग जाता है। फिर है मनी मार्केट म्यूचुअल फंड्स। लास्ट में एक म्यूचुअल फंड ने बताया कि आप म्यूचुअल फंड में भी पैसा लगा सकते हैं अगर आपके पास एक्सेस पैसा है तो। फिर आता है रिसीवेबल मैनेजमेंट। कंपनीज के पास जो भी पैसा कहीं से लेने वाला है उसके भी प्रॉपर मैनेजमेंट करना जरूरी है। जब भी कोई कंपनी किसी भी पैसे पे कहाँ से लेके आना है, उसमें कुछ एलिमेंट्स या फिर कुछ पॉइंट्स चेक किए जाएंगे। सबसे पहला पॉइंट है इन्वॉल्व एलिमेंट ऑफ रिस्क। जब भी किसी बंदे से पैसा लेना है, इसमें पैसा लेने में कौन कौन से रिस्क हमारे पास जनरेट हो सकते हैं, ये सबसे पहले देखना जरूरी होगा। कहीं बंदा कोई इंसॉल्वेंट तो नहीं है, दिवालिया घोषित पहले से तो नहीं हो रखा, आपने किसी पर्सन को, ऐसे पर्सन को पैसे उधार में सामान दे दिया जिसकी पहले ही मार्केट में नेम खराब है, वहाँ पर पैसे लेने बहुत मुश्किल हो जाएंगे। दूसरा बेस्ड ऑन द इकोनॉमिक वैल्यू, डिपेंड करता है कि आपने कितना पैसा किस बंदे को दिया हुआ है। कम पेमेंट होगी तो आप एडजस्टमेंट भी कर सकते हैं, चलो इससे पैसे नहीं है तो किसी और से ले लेंगे। अगर पेमेंट किसी को दी ही ज़्यादा हुई है तो उस पैसे बंदे से पैसे रिसीव कैसे करोगे। थर्ड आ गया कि इम्प्लाइज फ्यूचरिटी। फ्यूचर के ऊपर डिपेंड करता है ना, अगर आपके पास पैसे अच्छे हैं फिर तो आप पैसा किसी बंदे से रिसीव में बाद में भी कर लोगे। अगर आपके फ्यूचर में दिख ही रहा है आपको पैसे नहीं है तो आपको बंदे से पैसे लेने जरूरी होंगे। इसके पीछे कहना कंपनी के ऑब्जेक्टिव होंगे क्या, ताकि तो कंपनी की लगातार एक सेल चलती रहे, पैसा कंपनी के पास आता रहे, कभी कोई पेमेंट्स कंपनी की होल्ड ना हो। कुछ कॉस्ट लगते हैं रिसीवेबल पे। कौन कौन सी कॉस्ट लगेंगी कंपनी? सबसे पहले है कलेक्शन कॉस्ट। पैसे इकट्ठा करने के लिए कंपनी की कॉस्ट, मान लो कंपनी ने फैक्टर पर्सन को हायर कर लिया या फिर कंपनी में स्पेशल किसी इंप्लॉई को रख लिया जो पैसे इकट्ठे ही करेगा, कंपनी तो उसकी कॉस्ट लगने वाली है। कैपिटल कॉस्ट, जितना टाइम कंपनी को पैसा नहीं आएगा तो कंपनी को कहीं ना कहीं से पैसे की अरेंज करनी पड़ेगी। हो सकता है नई कैपिटल कंपनी में लगानी पड़े, हो सकता है कोई फिक्स एसेट आपको सेल भी करनी पड़ सकती है, तो कैपिटल कॉस्ट वहाँ पर भी हमारी लग जाएगी। डेलिक्वेंसी कॉस्ट, जितना टाइम पीरियड पेमेंट लेट होगी वो डेलिक्वेंसी कॉस्ट। मैंने बोला कि आपको चेक मिल गया, अभी 1 तारीख को मिलना था, तारीख उसमें बंदा डाल दी 10 तारीख, तो 10 दिन का जो टाइम पीरियड आ गया बीच में वो डेलिक्वेंसी कॉस्ट है। वो टाइम में आपको पैसा मैनेज करना है। उसके बाद आती है फोर्थ डिफॉल्ट कॉस्ट। कोई बंदा पैसे दे ही नहीं सकता, बैड डेब्ट्स में कन्वर्ट हो गए या फिर बंदा दिवालिया घोषित हो गया, जब बंदे की डेथ ही होगी, आपके पास है ही नहीं कोई और कोई जरिया पैसे वापस ले सकें, तो इसको हम डिफॉल्ट कॉस्ट में भी डालनी कंपनी को पड़ जाती है। ऑप्टिमम लेवल ऑफ रिसीवेबल, अगर मान लो कि कंपनी रिसीवेबल को ऑप्टिमम लेवल पे सेटअप करना चाहे तो क्या लेवल इस तरह सेटअप कर सकते हैं। सबसे पहले क्रेडिट की पॉलिसी बनाए। क्रेडिट की पॉलिसी के लिए मीन्स कंपनी सेटअप कर सकते हैं हम कितने दिन का उधार देंगे। अच्छी कोई नॉर्मल बिजनेस वाले पर्सन है तो उनको 0 से 15 दिन। अगर कोई बहुत तगड़ा बिजनेस चल रहा है मीन्स उनकी टर्न बहुत अच्छी है तो हम मैक्सिमम 30 डेज का क्रेडिट दे सकते हैं। कोई मैंने बोले 3 महीने का क्रेडिट चाहिए, ये किसी कंपनी में होता ही नहीं है। कम से कम टाइम पीरियड होता है जिसमें आपको ग्रेस पीरियड मिलेगा। उसके बाद अभी क्रेडिट टर्म्स, जो उधार दिया जाएगा, जो स्टैंडर्ड जो बनाए जाएंगे वो किस बेस पे दिए जाएंगे। कंपनी जिस बंदे को भी उधार दे रही है उसके पीछे कोई रूल्स एंड रेगुलेशन। वैसे इसका कॉन्ट्रैक्ट आता है सील ऑफ गुड्स, उसमें हमें पढ़ना पड़ता है कि हम लोग पैसे वापस नहीं करेंगे तो आपकी जो एसेट्स होंगे बंदा रिकवर कर लेगा, जो नुकसान होगा वो भी देना पड़ेगा। तो वो टर्म्स पहले से ही क्लियर हो जानी चाहिए। बंदा पेमेंट किसी हिसाब से देगा, नहीं देगा तो उसके पीछे उसकी क्या जिम्मेवारी होंगी ये भी क्लियर होनी चाहिए। उसके बाद लास्ट में आता है कि कलेक्शन पॉलिसी। कलेक्शन पॉलिसीज में आएगा कि
पैसे जो हैं इकट्ठे कैसे किए जाएँ। हम खुद इकट्ठे करेंगे, डिसेंट्रलाइज कलेक्शन करेंगे या फिर सेंट्रलाइज करेंगे। सेंट्रलाइज करेंगे तो मे भी कंपनी को हार्म हो सकता है कि पेमेंट्स होल्ड भी हो सकती हैं। ऑलवेज कोशिश करने को डिसेंट्रलाइज कलेक्शन होनी चाहिए। कोई भी बंदा अगर आपको पैसे देने के जा रहा है, बंदा बोले कि मैं इस तरह से पैसे नहीं दे सकता, आप कैश में पेमेंट दो, बैंक में जाओ, मार्केट में बहुत सारे फाइनेंसर वाले बैठे उनको पैसे जमा करवा दो, गूगल पे, फोन पे, यूपीआई, जिस तरह से मर्जी आप पेमेंट करना चाहें आज के टाइम में जिस तरह मर्जी पेमेंट आप कर सकते हैं। ये था एक इसमें। हाँ, इन्होंने कुछ बाद में तो प्रैक्टिकल कुछ करके दिखाए हैं। बैड डेब्ट्स एक्सपेंसिव भी निकल के आ सकते हैं कंपनी में, इन सभी चीज़ों को मैनेज करना जरूरी है। बैड डेब्ट्स क्या होंगे, मान लो कोई कंपनी में पेमेंट आपकी दे ही नहीं रहा, बहुत सारे बहाने, जब बहुत सारी आप मनगढ़ंत कहानियाँ होती हैं पीछे, जो बंदा पैसे नहीं देता, तो कंपनी इस तरह के पैसे को कम से कम 4 साल कंपनी को होल्ड रखना पड़ता है। अगर बंदा 4 साल कंपनी के पैसे नहीं दे रहा तो उनको बैड डेब्ट में कन्वर्ट करना ही पड़ेगा। मान लीजिए एक बंदे के पैसे लेने हैं, आज नहीं दिए कंपनी में, आप उसको बैड डेब्ट में पहले साल में कन्वर्ट नहीं करोगे, 4 साल कम से कम कंपनी को रखना पड़ता है कि बंदे से पैसे लेने हैं, नहीं दे रहे तो उसके बाद बैड डेब्ट में कन्वर्ट हो जाएंगे। तो ये कंपनी की कॉस्ट होती है जो कंपनी को ऑलवेज मैनेज करके चलनी पड़ती है। जब ये टॉपिक इसमें साथ में करेंगे कि क्रेडिट एनालिसिस में आते हैं, क्रेडिट टर्म्स भी हो गया। क्रेडिट टर्म्स में हमने देखा क्रेडिट का टाइम पीरियड बहुत पहले पॉइंट क्लियर हो गया, तो बार बार आगे बढ़ाया हुआ है। नेक्स्ट टॉपिक सर है कॉर्पोरेट गवर्नेंस। कॉर्पोरेट गवर्नेंस मीन्स कंपनी के रूल्स एंड रेगुलेशन। सबसे पहले तो गल करते हैं कॉर्पोरेट गवर्नेंस पर्सन आंदे कौन कौन ने। कंपनी के डायरेक्टर्स, कंपनी के प्रमोटर्स, ऑडिटर प्लस शेयर होल्डर्स। ये कंपनी ਦੀ ਕਾਰਪੋਰੇਟ ਦਾ ਕੰਮ ਕਰਦੇ ਨੇ। ਕਾਰਪੋਰੇਟ ਦੇ ਜਿਹੜੇ ਗਵਰਨੈਂਸ ਦਾ ਕੰਮ ਕਰਦੇ ਨੇ, ਮੀਨਸ ਕੰਪਨੀ ਨੂੰ ਕਿਸ ਤਰ੍ਹਾਂ ਅਸੀਂ ਦੇਖ ਰੇਖ ਦੇ ਵਿੱਚ ਰੱਖਣਾ ਹੈਗਾ। ਸਮ ਰੂਲਸ ਐਂਡ ਰੈਗੂਲੇਸ਼ਨ ਵਿੱਚ ਜਿਸ ਦੇ ਅੰਡਰ ਸਾਰੇ ਪਰਸਨ ਨੂੰ ਕੰਮ ਕਰਨਾ ਪੈਂਦਾ, ਉਹਨੂੰ ਅਸੀਂ ਕਹਿੰਦੇ ਕਾਰਪੋਰੇਟ ਗਵਰਨੈਂਸ। ਮੈਨੇਜਮੈਂਟ ਬਾਈ ਆਬਜੈਕਟਿਵ ਵੀ ਅਸੀਂ ਕਹਿ ਸਕਦੇ ਹਾਂ, ਜਿਹਨੂੰ ਅਸੀਂ MBO ਵੀ ਕਹਿ ਸਕਦੇ ਹਾਂ। ਤੁਹਾਨੂੰ ਕੁਐਸਚਨ ਆ ਜਾਏ MBO ਕੀ ਹੈ ਜਾਂ ਫਿਰ ਕਾਰਪੋਰੇਟ ਗਵਰਨੈਂਸ ਕੀ, ਸੇਮ ਹੀ ਲੈਵਲ ਹੈ। ਕੰਪਨੀ ਦੇ ਆਪਣੇ ਆਬਜੈਕਟਿਵਸ ਹੁੰਦੇ ਨੇ, ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ, ਜਿਨ੍ਹਾਂ ਨੂੰ डिसाइड जो उन्होंने कंपनी के अचीवमेंट गोल्स होंगे अचीव करने लिए कंपनी जो भी काम करती है उन्होंने असं कॉर्पोरेट गवर्नेंस के अंडर ही कह सकते हैं। क्योंकि कौन बंदा किस रिपोर्ट करेगा ये डिपेंड करता है कॉर्पोरेट गवर्नेंस के ऊपर। अगे थोड़े को दिखाया भी है मेन प्रिंसीपल एक्टर्स। सब तो पहले दिखाए ने शेयर होल्डर्स, डायरेक्टर्स, मैनेजर्स। शेयर होल्डर पर्सन होंगे जिन्होंने कंपनी में पैसा लगाया, वो ऑलवेज देख देंगे कि सानू पैसा किस तरह वापस मिलेगा, कितना रेट ऑफ इंटरेस्ट सानू वापस मिलने वाला या बेनीफिट सानू कितना होएगा। जो डायरेक्टर होंगे कंपनी चलाने लिए ऑलवेज रेडी रहते हैं कि ਅਸੀਂ ਕੰਪਨੀ ਨੂੰ ਕਿਸ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਹੈਗਾ, ਕਿਉਂਕਿ ਉਹਨਾਂ ਨੂੰ ਜਿੰਨੇ ਪੈਸੇ ਕੰਪਨੀ ਨੂੰ ਮਿਲਦੇ ਨੇ ਕੰਪਨੀ ਨੂੰ ਉਹਨਾਂ ਨੂੰ ਦੇਣਾ ਵੀ ਪੈਂਦਾ ਹੈਗਾ ਕਿ ਟਾਈਮ ਨਾਲ ਕੰਪਨੀ ਸਕੇਲ ਇਨਕਰੀਜ਼ ਕਰਨੀ, ਮਾਰਕੀਟ ਵੈਲਿਊ ਵਧਾਉਣੀ ਔਰ ਰੂਲਸ ਐਂਡ ਰੈਗੂਲੇਸ਼ਨ ਬਣਾਉਣਾ ਬਿਜ਼ਨਸ ਚਲਾਉਣ ਲਈ। ਮੈਨੇਜਰ ਜਿਹੜਾ ਰਿਸਪੌਂਸਿਬਲ ਪਰਸਨ ਹੁੰਦਾ ਹੈ ਕੰਪਨੀ ਦੇ ਵਿੱਚ ਸਾਰੇ ਕੰਮ ਨੂੰ ਦੇਖਣ ਲਈ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਰੇ ਕੰਮ ਦੀ ਮੈਨੇਜਮੈਂਟ ਉਹਨੇ ਖੁਦ ਹੀ ਕਰਨੀ ਹੁੰਦੀ ਹੈ। ਤੇ 3 ਪਰਸਨ ਹੈਗੇ ਨੇ ਜਿਹੜੇ ਕਾਰਪੋਰੇਟ ਗਵਰਨੈਂਸ ਇੱਕ ਮੇਨ ਰੋਲ ਅਦਾ ਕਰਦੇ ਨੇ। ਹਰੇਕ ਬੰਦਾ ਆਪਣੀ ਆਪਣੀ ਡਿਊਟੀ ਨਿਭਾ ਰਿਹਾ ਹੁੰਦਾ ਹੈ। ਮੋਸਟਲੀ ਕੰਮ ਕੰਪਨੀ ਚ ਹੁੰਦਾ ਕਿ ਲੇਬਰ ਨੂੰ ਕੰਟਰੋਲ ਕਰਵਾ ਕੇ ਸਾਰੇ ਕੰਪਨੀ ਦੇ ਕੰਮ ਕੰਪਲੀਟ ਕਰਵਾਉਣਾ ਇਹ ਕਾਰਪੋਰੇਟ ਗਵਰਨੈਂਸ ਦੇ ਵਿੱਚ ਹੀ ਆ ਜਾਂਦਾ ਹੈ। ਸਿਗਨੀਫੀਕੈਂਸ ਲਿਖਿਆ ਇਹਨਾਂ ਨੇ, ਇਟ ਸ਼ੋ ਦੀ ਕੰਪਨੀ ਡਾਇਰੈਕਸ਼ਨ ਐਂਡ ਦੀ ਬਿਜ਼ਨਸ ਇੰਟੀਗ੍ਰਿਟੀ। ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਕੰਮ ਚੱਲੇਗਾ, ਕੰਪਨੀ ਕਿਸ ਡਾਇਰੈਕਸ਼ਨ ਵਿੱਚ ਕੰਮ ਕਰੂਗੀ, ਇਹ ਕਾਰਪੋਰੇਟ ਗਵਰਨੈਂਸ ਦੇ ਵਿੱਚ ਹੀ ਆਊਗਾ। ਬਿਲਡ ਟਰਸਟ ਵਿਦ ਦੀ ਇਨਵੈਸਟਰਸ ਐਂਡ ਦੀ ਕਮਿਊਨਿਟੀ। ਜਿਨ੍ਹਾਂ ਪਰ ਲੋਕਾਂ ਨੇ ਤੁਹਾਡੀ ਕੰਪਨੀ 'ਚ ਪੈਸਾ ਲਗਾਇਆ ਹੋਇਆ ਹੈ ਤਾਂ ਕਮਿਊਨਿਟੀ ਦੇ ਵਿੱਚ ਹੋਰ ਪਰਸਨ ਜੋ ਪੈਸੇ ਲਗਾਉਣ ਲਈ ਰੈਡੀ ਬੈਠੇ ਨੇ ਉਹਨਾਂ ਦਾ ਟਰਸਟ ਬਣਿਆ ਰਹੇ, ਇਹ ਕਾਰਪੋਰੇਟ ਗਵਰਨੈਂਸ ਦੇ ਵਿੱਚ ਹੀ ਆਉਂਦਾ। ਮੀਨਸ ਕੰਪਨੀ ਅਗਰ ਕਿਸੇ ਰੂਲਸ ਐਂਡ ਰੈਗੂਲੇਸ਼ਨ ਨਾਲ ਚੱਲੂਗੀ ਹੀ ਨਹੀਂ ਤਾਂ ਕੋਈ ਵੀ ਬੰਦਾ ਕੰਪਨੀ 'ਚ ਪੈਸੇ ਇਨਵੈਸਟਮੈਂਟ ਕਰਨ ਨਹੀਂ ਆਊਗਾ। ਪ੍ਰਮੋਟਸ ਫਾਈਨੈਂਸ਼ੀਅਲ ਵੈਲਿਬਿਲਿਟੀ ਆਫ ਦੀ ਕ੍ਰੀਏਟਿੰਗ ਅ ਲੌਂਗ ਟਰਮ ਇਨਵੈਸਟਮੈਂਟ ਅਪਰਚੁਨਿਟੀ ਫॉर ਦੀ ਮਾਰਕੀਟ ਪਾਰਟਿਸਿਪੈਂਟਸ। ਜੋ ਬੰਦੇ ਮਾਰਕੀਟ 'ਚ ਪੈਸੇ ਲਗਾਉਣ ਲਈ ਬੈਠੇ ਹੁੰਦੇ ਨੇ ਉਹਨਾਂ ਲਈ ਕੋਈ ਓਪਰਚੁਨਿਟੀਜ਼ ਲੈ ਕੇ ਆਉਣਾ ਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਬੈਨੀਫਿਟ ਹੋ ਸਕਦੇ ਨੇ। ਪੈਸਾ ਸਭ ਕੋਲ ਹੁੰਦਾ ਹੈ, ਮੋਸਟਲੀ ਲੋਕ ਪਸੰਦ ਕਰਦੇ ਨੇ ਕਿ ਬੈਂਕ 'ਚ ਪੈਸੇ ਲਗਾਓ, LIC 'ਚ ਲਗਾਓ, ਕੁਛ ਹੀ ਪਰਸਨ ਹੁੰਦੇ ਕਿ ਕੰਪਨੀਜ਼ ਦੇ ਵਿੱਚ ਪੈਸੇ ਲਗਾਓ। ਉਹਨਾਂ ਨੂੰ ਇੱਦਾਂ ਦੀ ਫੈਸਿਲਿਟੀਜ਼ ਦੇਣਾ ਕਿ ਫਿਊਚਰ 'ਚ ਉਹਨਾਂ ਨੂੰ ਬੈਨੀਫਿਟ ਜ਼ਿਆਦਾ ਹੋਊਗਾ, ਉੱਥੇ ਵੀ ਅਸੀਂ ਕੰਮ ਕਰ ਸਕਦੇ ਹਾਂ। ਨੀਡ ਫॉर ਕਾਰਪੋਰੇਟ ਗਵਰਨੈਂਸ। ਕਾਰਪੋਰੇਟ ਗਵਰਨੈਂਸ ਦੀ ਜ਼ਰੂਰਤ ਕਿਉਂ ਪੈਂਦੀ ਹੈਗੀ ਹੈ? ਟੂ ਮੋਨੀਟਰ ਦੀ ਕਾਰਪੋਰੇਟ ਪਰਫਾਰਮੈਂਸ। ਕਿਸੇ ਕੰਪਨੀ ਦੀ ਪਰਫਾਰਮੈਂਸ ਨੂੰ ਚੈੱਕ ਕਰਨ ਲਈ ਕਾਰਪੋਰੇਟ ਗਵਰਨੈਂਸ ਦੀ ਲੋੜ ਹੈ। ਉਸ ਤੋਂ ਬਾਅਦ ਇਨਹਾਂਸ ਇਨਵੈਸਟਰ ਟਰਸਟ। ਜਿਨ੍ਹਾਂ ਬੰਦਿਆਂ ਨੇ ਕੰਪਨੀ 'ਚ ਪੈਸਾ ਲਗਾਇਆ ਉਹਨਾਂ ਦਾ ਟਰਸਟ ਬਣਿਆ ਰਹੇ। ਥਰਡ, ਕੰਬੈਟਿੰਗ ਕਰਪਸ਼ਨ। ਸਾਡੇ ਜਿੰਨੇ ਪ੍ਰਕਾਰ ਦੀ ਮਾਰਕੀਟ ਦੇ ਵਿੱਚ ਕਰਪਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਹਰਾਉਣ ਦੇ ਲਈ ਵੀ ਕਾਰਪੋਰੇਟ ਗਵਰਨੈਂਸ ਦੀ ਲੋੜ ਹੈ। ਬਹੁਤ ਸਾਰੇ ਪਰਸਨਸ ਪੈਸੇ ਲਗਵਾ ਲੈਂਦੇ ਲੇਕਿਨ ਵਾਪਿਸ ਨਹੀਂ ਕਰਦੇ ਹੈਗੇ, ਤਾਂ ਕਾਰਪੋਰੇਟ ਗਵਰਨੈਂਸ ਦੇ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਹੋਣਗੇ, ਹਰੇਕ ਬੰਦੇ ਨੂੰ ਉਹਦਾ ਫੇਵਰ ਪਤਾ ਹੋਊਗਾ ਤਾਂ ਪੈਸਾ ਬੰਦਾ ਈਜ਼ੀਲੀ ਵਿੱਚ ਨਾਲ ਲਗਾ ਸਕਦਾ ਹੈਗਾ। ਹੈਲਪਸ ਇਨ ਗੈਟਿੰਗ ਈਜ਼ੀ ਫਾਈਨਾਂਸ ਫਰੋਮ ਇੰਸਟੀਟਿਊਸ਼ਨਸ। ਅਲੱਗ-ਅਲੱਗ ਸੰਸਥਾਨ ਤੋਂ ਤੁਸੀਂ ਪੈਸਾ ਜਨਰੇਟ ਕਰਵਾਉਣਾ ਹੈ ਜਾਂ ਪੈਸਾ ਲੈਣਾ ਹੈਗਾ ਤਾਂ ਕਾਰਪੋਰੇਟ ਗਵਰਨੈਂਸ ਦਾ ਹੋਣਾ ਜ਼ਰੂਰੀ ਹੈ। ਤੁਹਾਡੇ ਕੋਲ ਰਿਕਾਰਡ ਹੋਊਗਾ ਨਹੀਂ, ਕੋਈ ਵੀ ਬੰਦਾ ਤੁਹਾਡੇ ਬਿਜ਼ਨਸ ਨੂੰ ਲੋਨ ਨਹੀਂ ਦੇ ਸਕਦਾ। ਮੈਂ ਐਗਜ਼ਾਮਪਲ ਕਹਾਂ, ਤੁਸੀਂ ਬੈਲੈਂਸ ਸ਼ੀਟ ਹੀ ਨਹੀਂ ਬਣਾ ਰਹੇ, ਤੁਸੀਂ ਕਿਸੇ ਬਿਜ਼ਨਸ ਲਈ ਲੋਨ ਲੈਣ ਜਾਓਗੇ, ਕੋਈ ਵੀ ਬੈਂਕ ਵਿਦਆਊਟ ਬੈਲੈਂਸ ਸ਼ੀਟ ਤੁਹਾਨੂੰ ਲੋਨ ਨਹੀਂ ਦੇਊਗਾ। ਬੈਲੈਂਸ ਸ਼ੀਟ ਜਿਹੜੀ ਬਣਾਓਗੇ CA ਅਪਰੂਵਲ ਹੋਣੀ ਚਾਹੀਦੀ ਤਾਂ ਜਾ ਕੇ ਲੋਨ ਤੁਹਾਨੂੰ ਮਿਲਦੇ ਆ। ਹੈਲਪ ਇਨ ਇਨਹਾਂਸਿੰਗ ਇੰਟਰਪ੍ਰਾਈਜ਼ ਵੈਲਿਊਸ਼ਨ। ਤੁਹਾਡੀ ਕੰਪਨੀ ਦਾ ਨਾਮ, ਨੇਮ ਐਂਡ ਫੇਮ, ਵੈਲਿਊ ਮਾਰਕੀਟ 'ਚ ਇਨਕਰੀਜ਼ ਹੋਵੇ, ਉਸ ਦੇ ਲਈ ਵੀ ਕਾਰਪੋਰੇਟ ਗਵਰਨੈਂਸ ਦਾ ਹੋਣਾ ਜ਼ਰੂਰੀ ਹੈ। ਰਿਡਿਊਸ ਰਿਸਕ ਫॉर ਕਾਰਪੋਰੇਟ ਕ੍ਰਾਈਸਿਸ ਐਂਡ ਸਕੇਲਸ। ਮੰਨ ਲਓ ਕੰਪਨੀਆਂ ਦੇ ਵਿੱਚ ਜਿੰਨੇ ਪ੍ਰਕਾਰ ਦੀਆਂ ਰੁਕਾਵਟਾਂ ਜਾਂ ਜੋ ਵੀ
ਕਿਸੇ ਵੀ ਪ੍ਰਕਾਰ ਦੀ ਮਿਸਹੈਪਨਿੰਗਸ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਲਈ ਕਾਰਪੋਰੇਟ ਗਵਰਨੈਂਸ ਦਾ ਹੋਣਾ ਜ਼ਰੂਰੀ ਹੈ। ਅਗਰ ਸਭ ਨੂੰ ਹੀ ਆਜ਼ਾਦੀ ਨਾਲ ਕੰਮ ਕਰਨ ਲਈ ਕਿਹਾ ਜਾਵੇ, ਕੁਛ ਹੀ ਪਰਸਨਸ ਹੋਣਗੇ ਜੋ ਕੰਮ ਕਰਨਗੇ, ਅਦਰਵਾਈਜ਼ ਤਾਂ ਉਹਨਾਂ ਨੂੰ ਪਤਾ ਹੀ ਹੈ ਕਿ ਬੰਦੇ ਨੇ ਕੰਮ ਖਰਾਬ ਹੀ ਕਰਨਾ ਹੈ। ਪ੍ਰਮੋਟਰ ਅਕਾਊਂਟੇਬਿਲਟੀਜ਼, ਹਰੇਕ ਕੰਪਨੀ ਦੇ ਵਿੱਚ ਜੋ ਪ੍ਰਮੋਟਰਸ ਨੇ ਉਹਨਾਂ ਦਾ ਅਕਾਊਂਟੇਬਿਲਟੀ ਬਣਿਆ ਰਹੇ ਵੀ ਕਿਹੜਾ ਪੈਸਾ ਕਿੱਥੇ ਕਿਤੇ ਇਨਵੈਸਟਮੈਂਟ ਹੋਇਆ, ਕਿੱਥੇ ਕਿਤੇ ਸਾਨੂੰ ਬੈਨੀਫਿਟ ਹੋਇਆ, ਉਹਦੇ ਲਈ ਵੀ ਕਾਰਪੋਰੇਟ ਗਵਰਨੈਂਸ ਹੋਣਾ ਜ਼ਰੂਰੀ ਹੈ। ਕੁੱਲ ਮਿਲਾ ਕੇ ਸਿੰਪਲ ਵਰਡ 'ਚ ਗੱਲ ਕਰੀਏ ਤਾਂ ਕਿਸੇ ਕੰਪਨੀ ਨੂੰ ਚਲਾਉਣ ਲਈ, ਉਹਦੇ ਪੈਸੇ ਦੀ ਵੈਲਿਊ ਨੂੰ ਇਨਕਰੀਜ਼ ਕਰਨ ਲਈ, ਪ੍ਰੋਫਿਟ ਕਮਾਉਣ ਲਈ ਕਾਰਪੋਰੇਟ ਗਵਰਨੈਂਸ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਮੋਸਟਲੀ ਕੰਪਨੀ ਜਦੋਂ ਵੀ ਆਉਣਗੀਆਂ ਤਾਂ ਪ੍ਰੋਫਿਟ ਤਾਂ ਹੀ ਕਮਾ ਸਕਦੀਆਂ ਅਗਰ ਉਹਨਾਂ ਨੇ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਬਣਾਏ ਹੋਣਗੇ। ਕੌਣ ਬੰਦਾ ਕਿਹਨੂੰ ਰਿਪੋਰਟ ਕਰਦਾ ਚਲਾ ਜਾਊਗਾ, ਇਹ ਕਾਰਪੋਰੇਟ ਗਵਰਨੈਂਸ ਹੀ ਹੁੰਦੀ। ਪ੍ਰਿੰਸੀਪਲ ਇਨ ਕਾਰਪੋਰੇਟ ਗਵਰਨੈਂਸ, ਕਾਰਪੋਰੇਟ ਗਵਰਨੈਂਸ ਕੁਝ ਪ੍ਰਿੰਸੀਪਲ ਸਭ ਤੋਂ ਪਹਿਲਾਂ ਲਿਖੇ ਹੈਗੇ ਨੇ। ਪ੍ਰੋਟੈਕਸ਼ਨ ਆਫ ਸ਼ੇਅਰ ਹੋਲਡਰ ਰਾਈਟਸ, ਜਿਨ੍ਹਾਂ ਪਰਸਨ ਨੇ ਕੰਪਨੀ 'ਚ ਪੈਸਾ ਲਗਾਇਆ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨਾ, ਕਿਉਂਕਿ ਉਹਨਾਂ ਰਾਈਟਸ ਕੀ ਹੈਗੇ ਨੇ ਕਿ ਆਪਣਾ ਪੈਸਾ ਟਾਈਮਲੀ ਵਾਪਿਸ ਲੈਣਾ, ਜਿਸ ਬੇਸ ਲਈ ਉਹਨੇ ਕੰਪਨੀ 'ਚ ਪੈਸਾ ਲਗਾਇਆ। ਅਗਰ ਤੁਸੀਂ ਉਹਨਾਂ ਨੂੰ ਪੈਸਾ ਰਾਈਟਸ ਉਹਨਾਂ ਨੂੰ ਦੇ ਹੀ ਨਹੀਂ ਪਾ ਰਹੇ, ਮੀਨਸ ਹਰ ਸਾਲ ਉਹਨਾਂ ਨੂੰ ਜੋ ਡਿਵੀਡੈਂਡ ਦੀ ਲੋੜ ਹੈ ਜਾਂ ਰੇਟ ਆਫ ਇੰਟਰਸਟ ਦੀ ਲੋੜ ਹੈ, ਅਗਰ ਤੁਸੀਂ ਨਹੀਂ ਦੇ ਰਹੇ ਤਾਂ ਕੋਈ ਵੀ ਬੰਦਾ ਕੰਪਨੀ ਇਨਵੈਸਟਮੈਂਟ ਨਹੀਂ ਕਰੂਗਾ। ਇੰਟਰਸਟ ਆਫ ਅਦਰ ਸਟੇਕ ਹੋਲਡਰਸ, ਸ਼ੇਅਰ ਹੋਲਡਰ ਤੋਂ ਬਾਅਦ ਆਉਂਦੇ ਨੇ ਸਟੇਕ ਹੋਲਡਰਸ। ਮੈਂ ਕਹਾਂ ਕੰਪਨੀ ਜੋ ਕ੍ਰੈਡੀਟਰ ਪਰਸਨ ਜੋ ਤੁਹਾਨੂੰ ਉਧਾਰ ਤੇ ਸਮਾਨ ਦੇ ਰਹੇ ਨੇ, ਉਹਨਾਂ ਦਾ ਇੰਟਰਸਟ ਵੀ ਕੰਪਨੀ ਦੇ ਵਿੱਚ ਬਣਿਆ ਰਹੇ, ਕਿਉਂਕਿ ਜਦੋਂ ਪਰਸਨ ਨੂੰ ਤੁਸੀਂ ਟਾਈਮ ਨਾਲ ਪੈਸੇ ਵਾਪਿਸ ਦਿਓਗੇ ਤਾਂ ਫਿਊਚਰ ਦੇ ਵਿੱਚ ਤੁਹਾਨੂੰ ਪੈਸਾ ਉਧਾਰ ਤੇ ਕੋਈ ਸਮਾਨ ਦੇਣ ਤੋਂ ਰੋਕੂਗਾ ਨਹੀਂ। ਤੁਸੀਂ ਇੱਕ ਵਾਰ ਕਿਸੇ ਪਰਸਨ ਦੀ ਪੇਮੈਂਟ ਰੋਕ ਲਓ, ਨੈਕਸਟ ਟਾਈਮ ਤੁਹਾਨੂੰ ਉਧਾਰ ਤੋਂ ਦੇਣ ਤੋਂ ਪਹਿਲਾਂ ਸੋਚੂਗਾ ਕਿ ਇਹਨੂੰ ਪੈਸੇ ਦੇਣ ਦੇ ਬੈਨੀਫਿਟ ਹੈ ਜਾਂ ਨਹੀਂ ਹੈ। ਫਿਰ ਹੈਗਾ ਰੋਲ ਐਂਡ ਰਿਸਪੌਂਸਿਬਿਲਿਟੀ ਆਫ ਦੀ ਬੋਰਡ, ਕੰਪਨੀ ਦੇ ਵਿੱਚ ਜਿਹੜੇ ਵੀ ਪਰਸਨ ਬੋਰਡ ਦੇ ਵਿੱਚ ਕੰਮ ਕਰ ਰਹੇ, ਜਿਵੇਂ ਅਸੀਂ ਬੋਰਡ ਆਫ ਡਾਇਰੈਕਟਰਸ ਹੋ ਗਏ ਜਾਂ ਮੈਨੇਜਰਸ ਹੋ ਗਏ, ਸੁਪਰਵਾਈਜ਼ਰਸ ਹੋ ਗਏ, ਉਹਨਾਂ ਦੀ ਰਿਸਪੌਂਸਿਬਿਲਿਟੀ ਨੂੰ ਸੈਟਅਪ ਕਰਨ ਲਈ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਮੰਨ ਲਓ ਕੋਈ ਬੰਦਾ ਸੁਪਰਵਾਈਜ਼ਰੀ ਦਾ ਕੰਮ ਜਾਣਦਾ, ਤੁਸੀਂ ਉਹਨੂੰ ਕਹੋਗੇ ਲੇਬਰ ਦਾ ਕੰਮ ਕਰ ਲੈ, ਕੰਮ ਕਰੂਗਾ ਹੀ ਨਹੀਂ। ਹਰੇਕ ਬੰਦੇ ਨੂੰ ਉਹਦਾ ਰੋਲ ਦਿਖਾਉਣਾ ਔਰ ਆਪਣੀ ਰਿਸਪੌਂਸਿਬਿਲਿਟੀ ਸੈਟਅਪ ਕਰਵਾਉਣ ਲਈ ਜ਼ਰੂਰੀ ਹੈ ਕਾਰਪੋਰੇਟ ਗਵਰਨੈਂਸ ਦਾ। ਰਿਸਪੌਂਸਿਬਿਲਿਟੀ ਐਂਡ ਐਥੀਕਲ ਬਿਹੇਵੀਅਰ, ਕੰਪਨੀ ਦੇ ਵਿੱਚ ਇੱਕ ਐਥੀਕਲ ਬਿਹੇਵੀਅਰ ਚੱਲੇ, ਮੀਨਸ ਕਾਰਪੋਰੇਟ ਗਵਰਨੈਂਸ ਨੂੰ ਕੋਆਪਰੇਟਿਵ ਲੈਵਲ ਹਰ ਇੱਕ 'ਚ ਹੋਣਾ ਚਾਹੀਦਾ ਹੈ। ਬੈਸਟ ਕਮਿਊਨੀਕੇਸ਼ਨ ਲੈਵਲ ਕੰਪਨੀ ਦੇ ਵਿੱਚ ਹੋਣਾ ਚਾਹੀਦਾ ਹੈ। ਜਦੋਂ ਵੀ ਕੋਈ ਕੰਮ ਕੰਪਨੀ ਨਿਊ ਕਰੇ ਤਾਂ ਪਹਿਲਾਂ ਉਹਦੀ ਟ੍ਰੇਨਿੰਗ ਦੇਣਾ ਜ਼ਰੂਰੀ ਹੈ, ਇਹ ਵੀ ਬਿਹੇਵੀਅਰ ਕੰਪਨੀ ਜ਼ਰੂਰੀ ਹੈ। ਡਿਸਕਲੋਜ਼ਰ ਐਂਡ ਟਰਾਂਸਪੇਰੈਂਸੀ ਇਨ ਰਿਪੋਰਟਿੰਗ, ਜੋ ਵੀ ਰਿਪੋਰਟਸ ਕੰਪਨੀ 'ਚ ਬਣ ਰਹੀਆਂ ਨੇ, ਅਗਰ ਕੋਈ ਬੰਦਾ ਚੈੱਕ ਕਰਨਾ ਚਾਹੇ, ਕੰਪਨੀ ਦੀ ਮੈਨੇਜਮੈਂਟ ਵਿੱਚ ਕੋਈ ਪਰਸਨ ਚੈੱਕ ਕਰ ਸਕਦਾ ਹੈ। ਟਰਾਂਸਪੇਰੈਂਸੀ ਹੋਣੀ ਚਾਹੀਦੀ, ਕਿਸੇ ਪ੍ਰਕਾਰ ਦਾ ਕੋਈ ਵੀ ਭੇਦਭਾਵ ਜਾਂ ਲੁਕ ਲੁਕਾਓ ਨਹੀਂ ਹੋਣਾ ਚਾਹੀਦਾ ਹੈਗਾ। ਕੋਈ ਬੰਦਾ ਰਿਪੋਰਟ ਦੇਖਣਾ ਚਾਹੀਦਾ ਜਦੋਂ ਮਰਜ਼ੀ ਦੇਖ ਸਕਦਾ ਹੈਗਾ। ਬੈਨੀਫਿਟ ਕੀ ਹੋਣਗੇ ਕੰਪਨੀ ਦੀ ਜੋ ਕਾਰਪੋਰੇਟ ਗਵਰਨੈਂਸ ਹੋਊਗੀ, ਕੰਪਨੀ ਆਪਣੇ ਆਬਜੈਕਟਿਵ ਟਾਈਮ ਨਾਲ ਅਚੀਵ ਕਰ ਸਕਦੀ ਹੈ, ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੀ ਹੈ, ਪ੍ਰੋਫਿਟ ਲੈਵਲ ਵਧਾ ਸਕਦੀ ਹੈ। ਬਹੁਤ ਸਾਰੇ ਪੁਆਇੰਟ ਨੇ, ਇਹਨਾਂ 2-3 ਪੁਆਇੰਟ ਲਿਖਣੇ। ਕਮਿਊਨੀਕੇਸ਼ਨ ਸਟੈਂਡਰਡ ਬਣਿਆ ਰਹੂਗਾ, ਲੇਬਰ ਟਰਨਓਵਰ ਘਟੂਗੀ, ਆਈਡਲ ਟਾਈਮ ਰਿਡਿਊਸ ਹੋਊਗਾ, ਕੋਸਟ ਆਫ ਪ੍ਰੋਡਕਸ਼ਨ ਵੀ ਤੁਹਾਡੀ ਕੰਪਨੀ ਦੀ ਘਟਦੀ ਚਲੀ ਜਾਊਗੀ। ਇਸ ਤੋਂ ਇਲਾਵਾ ਕੋਈ ਹੋਰ ਪੁਆਇੰਟ ਮਾਈਂਡ ਦੇ ਵਿੱਚ ਆਉਂਦੇ ਹੋਣ ਤਾਂ ਤੁਸੀਂ ਕੁਝ ਵੀ ਲਿਖ ਸਕਦੇ ਹਾਂ, ਇਹਨਾਂ ਤੋਂ 2-3 ਪੁਆਇੰਟ ਹੀ ਤੁਹਾਡੇ ਕੋਲ ਲਿਖੇ। ਫਿਰ ਹੈਗਾ ਟਰਾਂਸਪੇਰੈਂਸੀ, ਇਹ ਤਾਂ ਚਲੋ ਰੂਲਸ ਵਿੱਚ ਹੀ ਆ ਗਿਆ। ਕੰਪਨੀ ਮੰਨ ਲਓ ਕਾਰਪੋਰੇਟ ਗਵਰਨੈਂਸ ਕੰਮ ਕਰ ਰਹੀ ਹੈ, ਸਭ ਤੋਂ ਪਹਿਲਾਂ ਟਰਾਂਸਪੇਰੈਂਸੀ ਦੇ ਵਿੱਚ ਹੀ ਆਉਂਦੇ। ਟਰਾਂਸਪੇਰੈਂਸੀ ਮਤਲਬ ਕਿ ਵੀ ਕੁਝ ਵੀ ਬੰਦਾ ਕੋਈ ਇਨਫੋਰਮੇਸ਼ਨ ਲੈਣਾ ਚਾਹੇ ਤਾਂ ਕੰਪਨੀ ਦੀ ਇਨਫੋਰਮੇਸ਼ਨ ਲੈ ਸਕਦਾ ਹੈ। ਅਕਾਊਂਟੇਬਿਲਿਟੀ, ਹਰੇਕ ਚੀਜ਼ ਦਾ ਰਿਕਾਰਡ ਕੰਪਨੀ 'ਚ ਬਣਦਾ ਚਲਾ ਜਾਂਦਾ ਹੈਗਾ, ਪ੍ਰੋਪਰ ਰਿਪੋਰਟਿੰਗ ਹੁੰਦੀ ਹੈਗੀ। ਜਿਸ ਚੀਜ਼ ਦਾ ਰਿਕਾਰਡ ਗਵਰਨਮੈਂਟ ਕੋਲ ਜਾਣਾ, ਗਵਰਨਮੈਂਟ ਕੋਲ ਰਿਕਾਰਡ ਚਲਾ ਜਾਊਗਾ। ਜਿਸ ਚੀਜ਼ ਦੀ ਰਿਪੋਰਟ ਕੰਪਨੀ ਦੇ ਮੈਨੇਜਮੈਂਟ ਨੂੰ ਚਾਹੀਦੀ, ਉਹ ਸਾਰੀ ਰਿਪੋਰਟਸ ਹੋ ਗਈ ਬਣਦੀਆਂ ਚਲੀ ਜਾਂਦੀ ਹੈਗੀ ਨੇ। ਸਿਕਿਉਰਿਟੀ, ਹਰੇਕ ਬੰਦਾ ਕਹਿੰਦਾ ਕੰਪਨੀ ਦੇ ਵਿੱਚ ਸਿਕਿਉਰਿਟੀ ਬੇਸ ਤੇ ਕੰਮ ਕਰਦਾ ਹੈ। ਡਾਇਰੈਕਟਰ ਨੂੰ ਆਪਣੀ ਡਾਇਰੈਕਸ਼ਨ ਦਾ ਪਤਾ ਹੁੰਦਾ, ਮੈਨੇਜਰ ਨੂੰ ਆਪਣੀ ਡਾਇਰੈਕਸ਼ਨ ਦਾ ਪਤਾ ਹੁੰਦਾ ਹੈ। ਹਰ ਇੱਕ ਪਰਸਨ ਜੋ ਕੰਪਨੀ ਜਾਊਗਾ ਰਿਸਪੌਂਸਿਬਿਲਿਟੀ ਤੇ ਕੰਮ ਕਰਦਾ ਹੈਗਾ, ਉਹਨੂੰ ਉਹਦੀ ਸਿਕਿਉਰਿਟੀ ਵੀ ਜ਼ਰੂਰ ਮਿਲਦੀ ਹੈ ਕਿ ਅਗਰ ਮੰਨ ਲਓ ਕੰਪਨੀ 'ਚ ਕੋਈ ਆਪਣੇ ਆਪ ਐਫਰਟ ਲਗਾ ਰਿਹਾ ਤਾਂ ਉਹਨੂੰ ਐਫਰਟ ਦੇ ਬੈਨੀਫਿਟ ਕੰਪਨੀ ਦਿੰਦੀ ਹੈ। ਇੰਪਲੋਈਜ਼ ਨੂੰ ਸੈਲਰੀ, ਡਾਇਰੈਕਟਰ ਨੂੰ ਉਹਨਾਂ ਦੀ ਸਿਟਿੰਗ ਫੀਸ, ਡਾਇਰੈਕਟਰ ਦੀ ਜੋ ਰੈਮੂਨੇਸ਼ਨ ਹੋ ਗਈਆਂ, ਮੈਨੇਜਰ ਦੀ ਜੋ ਰੈਮੂਨੇਸ਼ਨ ਹੋ ਗਈਆਂ, ਉਹ ਸਾਰੀ ਚੀਜ਼ਾਂ ਕੰਪਨੀ 'ਚ ਮਿਲਦੀਆਂ ਚਲੀ ਜਾਂਦੀਆਂ ਨੇ। ਵੈਲਿਊ ਬੇਸਡ ਆਰਗੇਨਾਈਜੇਸ਼ਨ, ਜਦੋਂ ਵੀ ਕੰਪਨੀ ਕਾਰਪੋਰੇਟ ਗਵਰਨੈਂਸ ਨਾਲ ਕੰਮ ਕਰਦੀ ਹੈ ਤਾਂ ਵੈਲਿਊ ਬੇਸਡ ਆਰਗੇਨਾਈਜੇਸ਼ਨ ਆਪਣੇ ਆਪ ਹੀ ਬਣਦੀ ਚਲੀ ਜਾਂਦੀ ਹੈ। ਮਾਰਕੀਟ ਦੇ ਵਿੱਚ ਉਹਨਾਂ ਨੂੰ ਸਪੈਸ਼ਲੀ ਫਾਈਨਾਂਸ ਲਈ ਕਿਤੇ ਦੇਖਣ ਦੀ ਲੋੜ ਨਹੀਂ ਪੈਂਦੀ ਕਿ ਪੈਸਾ ਆਟੋਮੈਟਿਕ ਜਨਰੇਟ ਹੁੰਦਾ। ਕਿਸੇ ਵੀ ਕੋਈ ਕੰਪਨੀ ਦੀ ਐਗਜ਼ਾਮਪਲ ਮੇ ਵੀ ਸ਼ਾਇਦ ਤੁਸੀਂ ਸੁਣੀ ਹੋ ਤਾਂ ਤੁਸੀਂ ਉਹ ਵੀ ਉਹਦੇ ਵਿੱਚ ਲਿਖ ਸਕਦੇ ਹੋ। ਮੈਂ ਤਾਂ ਕੁਝ ਦਿਨ ਪਹਿਲਾਂ ਇੱਕ YouTube ਤੇ ਐਗਜ਼ਾਮਪਲ ਦੇਖ ਰਿਹਾ ਸੀ, ਆਪਣੇ ਇੱਥੇ ਇੱਕ ਟਿੱਬੇ ਦੇ ਵਿੱਚ ਕੋਈ ਕੰਪਨੀ ਹੈ, ਉਹਨਾਂ ਪਰਸਨ ਦੀ ਐਗਜ਼ਾਮਪਲ ਸੀਗੀ ਕਿ ਉਹਨਾਂ ਨੇ ਜਦੋਂ ਬਿਜ਼ਨਸ ਸਟਾਰਟ ਕੀਤਾ, ਮੁਸ਼ਕਿਲ ਸ਼ਾਇਦ ਲੱਖ ਰੁਪਏ ਦੇ ਆਸ-ਪਾਸ ਦੀ ਕੋਈ ਵੈਲਿਊ ਗੱਲ ਕਰ ਰਹੇ ਸੀ, ਉਹਨੇ ਲੋਨ ਲਿਆ ਸੀਗਾ। ਔਰ ਜਦੋਂ ਉਹਨੇ ਲੋਨ ਲਿਆ ਤਾਂ ਉਹਨੇ ਟਾਈਮਲੀ ਵਾਪਿਸ ਕੀਤਾ। ਸ਼ੋਰਟ ਟਰਮ ਲੋਨ ਸੀ, ਜ਼ਿਆਦਾ ਟਾਈਮ ਦਾ ਲੋਨ ਨਹੀਂ ਸੀਗਾ। ਜਦੋਂ ਉਹਨੇ ਬਿਜ਼ਨਸ ਸਟਾਰਟ ਕੀਤਾ, ਜਦੋਂ ਟਾਈਮਲੀ ਲੋਨ ਵਾਪਿਸ ਕੀਤਾ ਤਾਂ ਬੈਂਕ ਵਾਲੇ ਨੇ ਉਹਨੂੰ ਕਿਹਾ ਵੀ ਤੁਹਾਡਾ ਟਰਮ ਲੋਨ ਵਾਪਿਸ ਆਇਆ, ਤੁਸੀਂ ਸਾਡੇ ਤੋਂ ਹੋਰ ਲੋਨ ਲੈ ਲਓ ਅਗਰ ਰਿਕੁਆਇਰਮੈਂਟ ਹੈ। ਉਹ ਕਹਿੰਦਾ ਵੀ ਨਹੀਂ, ਮੈंने ਲੋਨ ਨਹੀਂ ਲੈਣਾ, ਜਿੰਨਾ ਮੇਰਾ ਬਿਜ਼ਨਸ ਉਹਨਾਂ ਵਿੱਚ ਪ੍ਰੋਪਰ ਚੱਲ ਰਿਹਾ। ਜਿਵੇਂ ਅਸੀਂ ਅੱਗੇ ਇਨਕਰੀਜ਼ ਹੁੰਦੇ ਚਲੇ, ਕਹਿੰਦਾ ਸਾਨੂੰ ਲੋਨ ਦੀ ਲੋੜ ਪਈ। 15 ਸਾਲ ਦਾ ਲੋਨ ਲਿਆ ਉਹਨੇ, ਮੈਕਸਿਮਮ ਅਮਾਊਂਟ ਦਾ ਲੋਨ ਲਿਆ ਕਿ ਉਹਨੂੰ ਲੱਗਿਆ ਕਿ ਮੈਨੂੰ ਇੱਕ ਸਕੋਪ ਮਿਲ ਗਿਆ, ਬਿਜ਼ਨਸ ਮੇਰਾ ਵੱਧ ਸਕਦਾ। ਅੱਜ ਦੇ ਟਾਈਮ ਦੇ ਵਿੱਚ ਟਾਪ ਦੀ ਕੰਪਨੀ ਹੈ ਮੈਡੀਸਨ ਦੇ ਵਿੱਚ, ਤਾਂ ਕੰਪਨੀ ਦੇ ਵਿੱਚ ਉਹਨਾਂ ਨੂੰ ਕਿਸੇ ਪੈਸੇ ਦੀ ਰਿਡਿਊਸ ਲੋੜ ਨਹੀਂ ਹੈਗੀ, ਲੇਕਿਨ ਫਿਰ ਵੀ ਕਹਿੰਦੇ ਸਾਡੇ ਲਈ ਬੈਂਕ ਆਲਵੇਜ਼ ਰੈਡੀ ਨੇ। ਸਾਡੇ ਕੋਲ ਜੋ ਫਾਈਨਾਂਸਰਸ ਨੇ ਉਹ ਆਲਵੇਜ਼ ਰੈਡੀ ਨੇ, ਜਦੋਂ ਸਾਨੂੰ ਪੈਸੇ ਦੀ ਲੋੜ ਪਊਗੀ ਅਸੀਂ ਪੈਸੇ ਲੈ ਸਕਦੇ ਹਾਂ। ਛੋਟੇ ਜਿਹੇ ਬਿਜ਼ਨਸ ਤੋਂ ਅੱਜ 4 ਕੰਪਨੀਆਂ ਅਸੀਂ ਕਹਿੰਦੇ ਸੀ ਚਲਾ ਰਹੇ ਹੈਗੇ, ਨੋਇਡਾ ਦੇ ਵਿੱਚ ਵੀ ਹੈਗੀ ਹੈ,
ਉੱਤਰ ਪ੍ਰਦੇਸ਼ ਦੇ ਵਿੱਚ ਵੀ ਨਵਾਂ ਪਲਾਂਟ ਸੈਟਅਪ ਕਰਨ ਜਾ ਰਹੇ ਨੇ, ਪੰਜਾਬ ਦੇ ਵਿੱਚ ਹੀ 2-3 ਕੰਪਨੀਆਂ ਨੇ ਸੈਟਅਪ ਕੀਤੀਆਂ, ਤਾਂ ਇੱਦਾਂ ਦੀਆਂ ਕੰਪਨੀਆਂ ਸਾਡੇ ਕੋਲ ਹੈਗੀਆਂ ਨੇ। ਤਾਂ ਉਹਨੇ ਵੀ ਐਗਜ਼ਾਮਪਲ ਉਹੀ ਕਹਿੰਦੇ ਨੇ ਕਿ ਅਗਰ ਤੁਸੀਂ ਵੈਲਿਊਬਲ ਫਰੇਮਵਰਕ ਬਣਾਉਣਾ ਚਾਹੁੰਦੇ ਹੋ ਤਾਂ ਕਾਰਪੋਰੇਟ ਗਵਰਨੈਂਸ ਹੋਣਾ ਜ਼ਰੂਰੀ ਹੈ। ਅਸੀਂ ਕਹਿੰਦਾ ਪ੍ਰੋਪਰ ਜਿੱਦਾਂ ਰਿਕਾਰਡ ਰੱਖਿਆ, ਜੋ ਸਾਡੇ ਨਾਲ ਜੁੜੇ ਹੋਏ ਪਰਸਨ ਸੀ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ, ਮਤਲਬ ਸਾਡੇ ਨਾਲ ਪ੍ਰੋਪਰ ਜੁੜੇ ਹੋਏ ਨੇ, ਅੱਜ ਦੇ ਟਾਈਮ 'ਤੇ ਸਾਡੇ EMPLOYEES ਨਾਲ ਜੁੜੇ ਹੋਏ ਨੇ। ਰੈਗੂਲੇਟਰੀ ਫਰੇਮਵਰਕ ਇਨ ਇੰਡੀਅਨ ਮੈਂਡੇਟਸ, ਮੰਨ ਲਓ ਕੰਪਨੀ ਦੀ ਕੋਈ ਕਾਰਪੋਰੇਟ ਗਵਰਨੈਂਸ ਦੇ ਵਿੱਚ ਕੰਮ ਕਰ ਰਹੀ ਕੰਪਨੀਜ਼, ਤਾਂ ਇੰਡੀਆ ਦੇ ਵਿੱਚ ਕੁਝ ਰੂਲਸ ਐਂਡ ਰੈਗੂਲੇਸ਼ਨ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਰੀ ਕੰਪਨੀ ਨੂੰ ਕੰਮ ਕਰਨਾ ਪੈਂਦਾ। ਸਭ ਤੋਂ ਪਹਿਲਾਂ ਅਗਰ ਮੰਨ ਲਓ ਕੋਈ ਰਜਿਸਟਰਡ ਕੰਪਨੀ ਹੈ, ਐਜ਼ ਪਰ ਦੀ ਕੰਪਨੀ ਐਕਟ 2013 ਦੇ ਅਕੋਰਡਿੰਗ, ਪਹਿਲਾਂ ਇਹ ਐਕਟ 1956 ਦਾ ਸੀਗਾ, ਇਹਨੂੰ ਅਮੈਂਡਮੈਂਟ ਕਰਿਆ ਗਿਆ 2013 ਦੇ ਵਿੱਚ, ਤਾਂ ਕਹਿੰਦੇ ਨੇ ਕੰਪਨੀ 'ਚ ਬੋਰਡ ਆਫ ਡਾਇਰੈਕਟਰ ਹੋਣੇ ਜ਼ਰੂਰੀ ਨੇ। ਕੋਈ ਵੀ ਰਜਿਸਟਰਡ ਕੰਪਨੀ ਹੋਊਗੀ, ਸਿੰਗਲ ਪਰਸਨ ਨਹੀਂ ਕਹਿ ਸਕਦਾ ਕਿ ਮੈਂ ਸਾਰੀ ਕੰਪਨੀ ਚਲਾਊਂਗਾ, ਤੁਸੀਂ ਬੋਰਡ ਆਫ ਡਾਇਰੈਕਟਰ ਜ਼ਰੂਰ ਲੈ ਕੇ ਆਉਂਗੇ। ਜਾਂ ਤਾਂ ਸਿੰਗਲ ਡਾਇਰੈਕਟਰ ਹੋ ਸਕਦਾ ਜਿਹਨੂੰ ਅਸੀਂ ਹੋਲ ਟਾਈਮ ਡਾਇਰੈਕਟਰ ਕਹਿੰਦੇ ਹਾਂ, ਅਗਰ ਹੋਲ ਟਾਈਮ ਡਾਇਰੈਕਟਰ ਨਹੀਂ ਹੈ ਤਾਂ ਤੁਸੀਂ ਪਾਰਟ ਟਾਈਮ ਡਾਇਰੈਕਟਰ ਵੀ ਰੱਖ ਸਕਦੇ ਹੋ। ਵੈਸੇ ਮੋਸਟਲੀ ਕੰਪਨੀ 'ਚ ਹੋਲ ਟਾਈਮ ਡਾਇਰੈਕਟਰ 2 ਹੋਣੇ ਚਾਹੀਦੇ ਨੇ, ਅਗਰ ਸਿੰਗਲ ਵੀ ਹੈ ਤਾਂ ਕੰਪਨੀ ਕੰਮ ਚੱਲ ਜਾਊਗਾ। ਜਿੱਥੇ ਵੀ ਕੰਪਨੀ ਦਾ ਕੋਈ ਕੰਮ ਚੱਲ ਰਿਹਾ ਹੋਵੇ ਤਾਂ ਹੋਲ ਟਾਈਮ ਡਾਇਰੈਕਟਰ ਦੇ ਹੀ ਸਾਈਨਸ ਚੱਲਦੇ ਹੈਗੇ ਨੇ। ਦੂਸਰਾ, ਆਡਿਟ ਕਮੇਟੀ, ਕੰਪਨੀ ਦੇ ਵਿੱਚ ਆਡਿਟ ਦੀ ਕਮੇਟੀ ਹੋਣੀ ਜ਼ਰੂਰੀ ਹੈ। ਮੀਨਸ ਕਿਹੜੇ ਪਰਸਨਸ ਆਡਿਟ ਕਮੇਟੀ ਲਈ ਕੋਈ ਆਡੀਟਰ ਹਾਇਰ ਨਹੀਂ ਕਰਦੇ, ਕੰਪਨੀ ਦੇ ਡਾਇਰੈਕਟਰਸ ਹੀ ਮੈਂਬਰ ਬਣ ਕੇ ਆਡਿਟ ਕਮੇਟੀ ਬਣਾ ਲੈਂਦੇ ਨੇ। ਮੰਨ ਲਓ ਕੰਪਨੀ 'ਚ 2-3 ਡਾਇਰੈਕਟਰ ਹੈਗੇ ਨੇ, ਤਾਂ ਉਹ ਦੋਨੋਂ ਤਿੰਨੋਂ ਡਾਇਰੈਕਟਰ ਮਿਲ ਕੇ ਆਪੇ ਡਿਸਾਈਡ ਕਰਨਗੇ ਅਸੀਂ ਕਦੋਂ ਕੰਪਨੀ 'ਚ ਕਿਹੜਾ ਕੰਮ ਕਦੋਂ ਚੈੱਕ ਕਰਵਾਉਣਾ ਹੈਗਾ, ਤਾਂ ਆਡਿਟ ਕਮੇਟੀ ਬਣਨਾ ਵੀ ਜ਼ਰੂਰੀ ਹੈ। ਸਬਸਿਡਰੀ ਕੰਪਨੀਜ਼, ਮੰਨ ਲਓ ਕੰਪਨੀ ਦੇ ਨਾਲ ਕੁਝ ਹੋਰ ਕੰਪਨੀਜ਼ ਵੀ ਜੁੜ ਕੇ ਕੰਮ ਕਰ ਰਹੀਆਂ ਨੇ, ਕੰਪਨੀ ਕਿਸੇ ਹੋਰ ਕੰਪਨੀ ਦਾ ਬਿਜ਼ਨਸ ਟੇਕ ਓਵਰ ਕਰਕੇ ਚੱਲ ਰਹੀ ਹੈ, ਤਾਂ ਉਹਦੇ ਵਿੱਚ ਵੀ ਇੱਕ ਪਾਰਟ ਟਾਈਮ ਡਾਇਰੈਕਟਰ ਜਾਂ ਫਿਰ ਹੋਲ ਟਾਈਮ ਡਾਇਰੈਕਟਰ ਹੋਣਾ ਜ਼ਰੂਰੀ ਹੈ। CFO ਸਰਟੀਫਿਕੇਸ਼ਨ ਜਾਂ ਫਿਰ CEO ਸਰਟੀਫਿਕੇਸ਼ਨ, ਚੀਫ ਐਗਜ਼ੀਕਿਊਟਿਵ ਆਫਿਸਰ ਵੀ ਮੰਨ ਲਓ ਕੰਪਨੀ ਤੁਸੀਂ ਰੱਖ ਰਹੇ ਹੋ ਤਾਂ ਉਹਦੇ ਕੋਲ ਵੀ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਬੰਦਾ ਐਕਚੁਅਲ 'ਚ ਉਸ ਅਹੁਦੇ 'ਤੇ ਕੰਮ ਕਰਨ ਲਈ ਰਿਸਪੌਂਸੀਬਲ ਹੈਗਾ। ਇੱਦਾਂ ਹੀ ਨਹੀਂ ਤੁਸੀਂ ਕਿਸੇ ਪਰਸਨ ਨੂੰ ਵੀ ਚੀਫ ਐਗਜ਼ੀਕਿਊਟਿਵ ਆਫਿਸਰ ਬਣਾ ਦੋਗੇ ਔਰ ਬੰਦਾ ਤੁਹਾਨੂੰ ਕੰਮ ਕਰਦਾ। ਮੈਂ ਐਗਜ਼ਾਮਪਲ ਤੁਸੀਂ ਤੁਹਾਨੂੰ ਕੋਈ ਇੱਦਾਂ ਦੀ ਜੌਬ 'ਤੇ ਰੱਖਦੀ ਹੈ ਕੰਪਨੀ, ਤੁਸੀਂ ਲੇਬਰ ਪਰਸਨ ਹੋ, ਤੁਸੀਂ ਦੇਖਦੇ ਹੋ ਕਿ ਟੈਕਨੀਕਸ ਬਹੁਤ ਨੇ, ਤੁਸੀਂ ਉਹਨੂੰ ਚੀਫ ਐਗਜ਼ੀਕਿਊਟਿਵ ਆਫਿਸਰ ਬਣਾ ਦੋਗੇ, ਇਹ ਮੈਟਰ ਨਹੀਂ ਕਰਦਾ। ਅਗਰ ਉਹਨੂੰ ਪ੍ਰੋਪਰ ਉਸ ਚੀਜ਼ ਦੀ ਫੀਲਡ ਦੀ ਨੌਲੇਜ ਹੈ ਤੁਸੀਂ ਉਹਨੂੰ ਕਹਿੰਦਾ ਅੱਗੇ ਲੈ ਕੇ ਆਓ। ਰਿਪੋਰਟਸ ਆਫ ਕਾਰਪੋਰੇਟ ਗਵਰਨੈਂਸ, ਹਰੇਕ ਚੀਜ਼ ਦੀ ਰਿਪੋਰਟ ਕਾਰਪੋਰੇਟ ਗਵਰਨੈਂਸ ਦੇ ਵਿੱਚ ਹੋਣੀ ਜ਼ਰੂਰੀ ਹੈ। ਕੰਪਨੀ ਜੋ ਵੀ ਕੰਮ ਹੋ ਰਹੇ ਨੇ ਛੋਟੇ ਤੋਂ ਛੋਟੇ ਕੰਮ ਦੀ ਰਿਪੋਰਟ ਹੋਣਾ ਜ਼ਰੂਰੀ ਹੈ। ਕੰਪਲਾਈਂਸ, ਇਸ ਤੋਂ ਇਲਾਵਾ ਅਗਰ ਕੰਪਨੀ 'ਚ ਲੱਗਦਾ ਹੈ ਕਿ ਹਾਂ ਹੋਰ ਚੀਜ਼ਾਂ ਰਿਕੁਆਇਰਮੈਂਟ ਹੈ ਤਾਂ ਤੁਸੀਂ ਕਹਿੰਦਾ ਕਾਰਪੋਰੇਟ ਗਵਰਨੈਂਸ ਉਹ ਚੀਜ਼ਾਂ ਵੀ ਪੂਰੀਆਂ ਕਰ ਸਕਦੇ ਹੋ। ਕਿਸੇ ਵੀ ਕੰਪਨੀ ਮੈਂਡੇਟਰੀ ਨੇ ਜੋ ਉੱਪਰਲੇ 4-5 ਪੁਆਇੰਟ ਲਿਖੇ ਨੇ ਉਹ ਜ਼ਰੂਰੀ ਨੇ। ਇਹਨਾਂ ਪੁਆਇੰਟਸ ਨੂੰ ਹੀ ਅੱਗੇ ਉਹਨਾਂ ਨੇ ਡਿਫਾਈਨ ਕਰਕੇ ਹੀ ਸਾਰਾ ਟੌਪਿਕ ਕੰਪਲੀਟ ਕਰਿਆ ਹੋਇਆ। ਬਾਕੀ ਆਪਾਂ ਚਲੋ ਕੱਲ੍ਹ ਨੂੰ ਕੰਪਲੀਟ ਕਰਦੇ ਹਾਂ, ਇਹ ਬੁੱਕ ਤੁਹਾਡੀ ਕੱਲ੍ਹ ਨੂੰ ਖਤਮ ਹੋ ਜਾਣੀ ਹੈ।